किसान वीरों दे भैनों जय हिंद लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जानदे ही हो कि असीं वख-वख दिनां च वख-वख विषयां ते वख-वख माहरां नाल गलबात करदे ही रहिंदे आ। अज साडे कोल आए ने डॉक्टर गुरवीर कौर। डॉक्टर साहब जय हिंद जी। जय हिंद जी आयां नूं बहुत बहुत स्वागत है तुहाडा। शुक्रिया लाटी साहब जी जय हिंद जी। जय हिंद जी। की हाल चाल आ? बहुत ਵਧੀਆ ਤੁਸੀਂ ਸੁਣਾਓ ਬੈਠਾ ਸਿੰਘ ਜੀ ਠੀਕ ਠਾਕ मैं ਹੋ? क्या बड़े चुप चुप बैठे आ। ਮਹਾਰਾਜ ਚੁੱਪ ਤੁਹਾਡੇ ਨਾਲ ਚੁੱਪ ਹੋ ਸਕਦੇ ਆ। ਦੇਖੋ ਬੈਠ ਕੇ ਔਰ ਨਾਲ ਦੇ ਨਾਲ ਜਾਣਕਾਰੀ ਦੀ ਗੱਲ ਹੋਵੇ हाँ ਤੇ ਜਿੰਨੀ ਜਾਣਕਾਰੀ ਮਿਲ ਜੇ ਉਨੀ ਥੋੜੀ थोड़ी ਹੁੰਦੀ ਆ। ਇਹ ਜਿਵੇਂ ਦੱਸਿਆ ਹੀ ਆ ਵੀ ਡਾਕਟਰ ਗੁਰਵੀਰ ਕੌਰ ਜੀ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਏ ਆ। ਜੀ ਠੀਕ ਹੈ ਜੀ। ਤੇ ਡਾਕਟਰ ਸਾਹਿਬ ਹਾਂਜੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਆ। ਬੜੇ ਅਹਿਮ ਮੁੱਦੇ ਤੇ ਗੱਲਬਾਤ ਆ। ਹਾਂਜੀ ਲਾਟੀ ਸਾਹਿਬ ਇਸ ਤੋਂ ਪਹਿਲਾਂ ਵੀ ਡਾਕਟਰ ਸਾਹਿਬ ਨਾਲ ਗੱਲਬਾਤ ਕਰੀਏ। ਜੀ ਜੈਵਿਕ ਖੇਤੀ ਜਿਹੜੀ ਅਸੀਂ ਹੁਣ ਮੋੜਾ ਪਾ ਕੇ ਕਰਦੇ ਪਏ ਆ ਨਾ, ਮੈਂ ਆ ਪਿੱਛੇ ਜੇ ਨਾ ਥੋੜਾ ਮੇਰੇ ਕੋਲ ਸਮਾਂ ਹੈਗਾ ਸੀ, ਜੀ ਜੀ ਕਾਫੀ ਪਿੰਡਾਂ 'ਚ ਵਿਚਰ ਕੇ ਆਇਆ ਵੀ ਅੱਜ ਕੱਲ੍ਹ ਤੇ ਨੌਜਵਾਨ ਬੜੇ ਰੁੱਝੇ ਆ ਇਹਦੇ 'ਚ। ਮਿੱਠਾ ਸਿੰਘ ਜੀ ਗੱਲ ਇਹ ਹੈ ਕਿ ਖਪਤਕਾਰਾਂ ਦੇ ਵਿੱਚ ਨਾ ਮੰਗ ਵਧਣ ਡਈ ਹਾਂ ਔਰ ਮੈਂ ਸਮਝਦਾ ਇਹ ਚੰਗੀ ਗੱਲ ਹੈ ਕਿ ਜਦੋਂ ਅਸੀਂ ਨਾ ਆਪਣੀ ਸਿਹਤ ਪੱਖੋਂ ਜਾਗਰੂਕ ਹੋਵਾਂਗੇ ਨਾ ਜੀ ਫਿਰ ਇਹ ਕਹਿੰਦੇ ਆ ਕਿ ਸਾਨੂੰ ਅਜਿਹੀ ਚੀਜ਼ ਮਿਲੇ ਜਿਹੜੀ ਜ਼ਹਿਰਾਂ ਤੋਂ ਰਹਿਤ ਹੋਵੇ, ਜੀ ਖਾਦਾਂ ਤੋਂ ਰਹਿਤ ਹੋਵੇ। ਤੇ ਕਿਸਾਨ ਵੀ ਦੇਖੋ ਚਾਹੁੰਦਾ ਹੈ ਕਿ ਮੈਂ ਖਰਚੇ ਘਟਾਵਾਂ ਖਰਚੇ ਔਰ ਖੇਤੀ ਲਾਹੇਵੰਦੀ ਜੇ ਕਰਨੀ ਹੈ ਤੇ ਖਰਚੇ ਜੇ ਘਟਾਵਾਂਗੇ ਤੇ ਉਹਦਾ ਜਿਹੜਾ ਟੀਚਾ ਹੈ ਜੈਵਿਕ ਖੇਤੀ ਬਣ ਸਕਦਾ। ਬਿਲਕੁਲ, ਮੈਂ ਸਮਝਦਾ ਕਿ ਇਹ ਚੰਗੀ ਗੱਲ ਹੈ, ਪੋਜ਼ਿਟਿਵ ਗੱਲ ਹੈ ਕਿ ਜੇ ਸਾਡੇ ਨੌਜਵਾਨ ਅੱਗੇ ਆਉਂਦੇ ਆ ਇਹ ਤੇ ਵਧਾਈ ਦੇ ਪਾਤਰ ਨੇ ਸਾਡੇ ਨੌਜਵਾਨ। ਬਹੁਤ ਵਧੀਆ ਗੱਲ ਹੈ। ਇੱਕ ਪਿੰਡ 'ਚ ਤੇ ਮੈਂ ਗਿਆ, ਉਹ ਮੁੰਡਾ ਕਹਿੰਦਾ ਮੈਂ ਤੇ ਬਾਹਰੋਂ ਵਾਪਸ ਆਇਆ ਤਾਇਆ ਜੀ, ਮੈਂ ਉੱਥੇ ਵੇਖਿਆ ਕਰਦੇ ਤੇ ਮੈਂ ਕਿਹਾ ਮੇਰੇ ਕੋਲ ਪੈਲੀ ਆਪਣੀ ਆ ਤੇ ਮੈਂ ਕਿਉਂ ਨਹੀਂ ਕਰ ਸਕਦਾ ਇੱਥੇ ਆ ਕੇ। ਮਿੱਠਾ ਸਿੰਘ ਜੀ ਇਸੇ ਕਰਕੇ ਕਹਿੰਦੇ ਆ ਕਿ ਜਿਹਨੂੰ ਕੰਮ ਕਰਨ ਦਾ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ। ਅਮਰੀਕਾ ਜਦੋਂ ਮਹਾਰਾਜ ਅਸੀਂ ਜੈਵਿਕ ਚੀਜ਼ ਪੈਦਾ ਕਰੀਏ ਹਾਂ ਤੇ ਸ਼ਹਿਰ 'ਚ ਪਤਾ ਲੱਗ ਜਾਵੇ ਵੀ ਫਲਾਣੇ ਪਿੰਡ 'ਚ ਫਲਾਣਾ ਕਿਸਾਨ ਜਿਹੜਾ ਉਹ ਜੈਵਿਕ ਖੇਤੀ ਕਰਨ ਡਿਆ ਹੈ, ਜੈਵਿਕ ਸਬਜ਼ੀਆਂ ਉਗਾਉਣ ਡਿਆ ਹੈ, ਜੈਵਿਕ ਕਣਕ ਉਗਾਉਣ ਡਿਆ ਹੈ, ਤੇ ਮੈਂ ਕਹਿੰਦਾ ਲੋਕੀ ਭਾਵੇਂ 20 ਕਿਲੋਮੀਟਰ ਦੂਰ ਰਹਿੰਦੇ ਹੋਣ ਚਾਹੇ 50 ਕਿਲੋਮੀਟਰ ਦੂਰ ਰਹਿੰਦੇ ਹੋਣ ਉਹ ਉੱਥੇ ਪਹੁੰਚ ਜਾਂਦੇ ਨੇ, ਪਹੁੰਚਦੇ ਨੇ। ਖਿਲਰਦੀ। ਬਿਲਕੁਲ ਮੈਂ ਵੇਖਿਆ ਜੀ, ਇਹ ਅੱਖੀਂ ਵੇਖਿਆ ਬਈ ਗਾਹਕ ਜਿਹੜਾ ਆ ਨਾ ਤੁਹਾਡੇ ਕੋਲ ਚੱਲ ਕੇ ਆਉਂਦਾ ਜੇ ਤੁਸੀਂ ਚੰਗੀ ਚੀਜ਼। ਔਰ ਦੇਖੋ ਤੁਸੀਂ ਇਹਦੇ 'ਚ ਇੱਕ ਤੇ ਇਹ ਆ ਵੀ ਚੀਜ਼ ਚੰਗੀ ਨਰੋਈ ਬਿਨਾਂ ਜ਼ਹਿਰਾਂ ਦੇ। ਬਿਲਕੁਲ ਸਭ ਤੋਂ ਵੱਡੀ ਗੱਲ ਆ ਇੱਕ ਜਿਹੜੀ ਕਿ ਸਾਡੀ ਜ਼ਮੀਨ ਦੀ ਜਿਹੜੀ ਭਾਅ ਆ ਉਹ ਠੀਕ ਰਹਿੰਦੀ ਆ। ਮਿੱਠਾ ਸਿੰਘ ਜੀ ਸਾਡੇ ਕੁਦਰਤੀ ਵਸੀਲੇ ਕੁਦਰਤੀ ਉਹ ਵਸੀਲੇ ਦੇਖੋ ਸਾਡੇ ਅੱਜ ਜੇ ਆਪਾਂ ਝਾਤ ਮਾਰੀਏ ਤੇ ਕੈਂਸਰ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦੀ ਬਿਮਾਰੀ, ਕਈਆਂ ਬਿਮਾਰੀਆਂ ਦੇਖੋ ਕਰੋਨਾ ਤੋਂ ਹੀ ਮਹਾ ਖੜਾ ਚੜਾਇਆ ਅਜੇ ਵੀ ਪਰਮਾਤਮਾ ਕਿਰਪਾ ਕਰਦਾ ਪਿਆ। ਚਲੋ ਗੱਲ ਇਹ ਹੈ ਪਰ ਸਾਨੂੰ ਅਜਿਹੀਆਂ ਸੋਚਾਂ ਨੂੰ ਨਿਖਾਰਨ ਦੀ ਲੋੜ ਹੈ ਕਿ ਅਸੀਂ ਜੈਵਿਕ ਖਾਣ ਨੂੰ ਤਰਜੀਹ ਦਈਏ। ਜਦੋਂ ਅਸੀਂ ਤਰਜੀਹ ਦੇਵਾਂਗੇ ਤੇ ਕੁਦਰਤੀ ਗੱਲ ਹੈ ਨੌਜਵਾਨ ਕਿਸਾਨ ਅੱਗੇ ਆਉਣਗੇ, ਪੈਦਾਵਾਰ ਹੋਏਗੀ, ਉਹਨਾਂ ਨੂੰ ਚੰਗੇ ਪੈਸੇ ਲੱਭਣਗੇ। ਇਹ ਦੋਵਾਂ ਪਾਸੇ ਚੱਲਣਾ ਕੰਮ। ਮੁਲਕ ਤਰੱਕੀ ਕਰੇਗਾ, ਸੂਬੇ ਤਰੱਕੀ ਕਰਨਗੇ, ਅਸੀਂ ਤਰੱਕੀ ਕਰਾਂਗੇ। ਨਾਲੇ ਮਾਹਰ ਤੇ ਇਹ ਕਹਿੰਦੇ ਨੇ ਗੁਲਾਟੀ ਸਾਹਿਬ ਵੀ ਤੁਸੀਂ ਇਹ ਨਹੀਂ ਹੈਗਾ ਵੀ ਜੇ ਤੁਹਾਡੇ ਕੋਲ 10 ਕਿੱਲੇ ਆ ਤੇ 10 ਦੇ 10 ਜੈਵਿਕ ਕਰ ਦਿਓ ਜੀ, ਤੁਸੀਂ ਥੋੜੀ ਥੋੜੀ ਕਰਕੇ ਕਰੋ। ਬਿਲਕੁਲ ਸਹੀ ਗੱਲ ਹੈ ਨਾ। ਬਿਲਕੁਲ ਤੇ ਹੌਲੀ ਹੌਲੀ ਕਰੋਗੇ, ਉਹ ਸਮਾਂ ਜਿਹੜਾ ਤੁਹਾਡਾ ਵਿੱਚ ਲੰਘ ਜਾਏਗਾ ਤੇ ਤੁਹਾਡੀ ਪੂਰੀ ਪੈਲੀ ਜੈਵਿਕ ਹੋ ਜਾਏ। ਬਿਲਕੁਲ ਜੀ ਬਿਲਕੁਲ। ਉਹ ਦੇਖੋ ਇਹਦੇ ਨਾਲ ਹੌਲੀ ਹੌਲੀ ਆਪਾਂ ਜਦੋਂ ਸ਼ੁਰੂਆਤ ਕਰਨੇ ਆ ਨਾ ਤੇ ਸ਼ੁਰੂਆਤ ਜਾਣਕਾਰੀ ਨਾਲ ਹੋਏਗੀ। ਹਾਂ ਜਾਣਕਾਰੀ ਫਿਰ ਅਸੀਂ ਉਸ ਪੱਖੋਂ ਦੇਖੀਏ ਵੀ ਸਾਨੂੰ ਮੰਗ ਕਿਸ ਚੀਜ਼ ਦੀ ਹੈਗੀ ਏ, ਕਿਵੇਂ ਮੰਗੇ, ਫਿਰ ਵਿਸ਼ਵਾਸ ਖਪਤਕਾਰਾਂ 'ਚ ਬਣਾਉਣਾ ਪਊਗਾ ਵੀ ਖਪਤਕਾਰ ਨੂੰ ਵਿਸ਼ਵਾਸ ਹੋਏ ਵੀ ਇਹ ਜੈਵਿਕ ਉਪਜ ਪੈਦਾ ਕਰਨ ਡਿਆ ਤੇ ਵਾਕਈ ਜੈਵਿਕ ਉਹ ਜੈਵਿਕ ਦਾ ਸਵਾਦ ਹੀ ਵੱਖਰਾ ਹੁੰਦਾ ਮਿੱਠਾ ਸਿੰਘ ਜੀ। ਬਿਲਕੁਲ ਬਿਲਕੁਲ ਧੋਖਾ ਨਹੀਂ ਕਿਸੇ ਨਾਲ ਕਰਨਾ। ਹਾਂ ਇਹ ਨਹੀਂਗਾ ਵੀ ਤੁਸੀਂ ਜ਼ਹਿਰਾਂ ਵਾਲੀ ਸਬਜ਼ੀ ਜਿਹੜੀ ਆ ਉਹ ਪੈਕਟਾਂ 'ਚ ਪਾ ਕੇ ਤੇ ਕਹਿ ਦਿਓ ਜੈਵਿਕ ਹੈ। ਇਹ ਤੁਸੀਂ ਉਹਨਾਂ ਨਾਲ ਨਹੀਂ ਆਪਣੇ ਆਪ ਨਾਲ ਧੋਖਾ ਆਪਣੇ ਆਪ ਨਾਲ। ਇਸੇ ਕਰਕੇ ਕਹਿੰਦੇ ਆ ਕਿ ਫਸਟ ਇੰਪ੍ਰੈਸ਼ਨ ਇਜ਼ ਅ ਲਾਸਟ ਇੰਪ੍ਰੈਸ਼ਨ। ਗੱਲ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਆਪਣਾ ਵੀ ਤੇ ਅੱਗੋਂ ਵੀ ਭਵਿੱਖ 'ਚ ਬੰਦਾ ਕਰ ਨਹੀਂ ਸਕਦਾ। ਚਲੋ ਹੁਣ ਆਈਏ ਡਾਕਟਰ ਸਾਹਿਬ ਵੱਲ। ਜੀ ਬਿਲਕੁਲ ਜੀ। ਇਹਨਾਂ ਉਚੇਚੇ ਤੌਰ ਤੇ ਇਹਨਾਂ ਨੂੰ ਸੱਦਾ ਦੇ ਕੇ ਅਸੀਂ ਬੁਲਾਇਆ ਆ। ਜੀ ਡਾਕਟਰ ਸਾਹਿਬ ਤੁਹਾਡੇ ਨਾਲ ਅਸੀਂ ਅੱਜ ਗੱਲ ਕਰਨੀ ਆ ਵੀ ਐਗਰੋ ਪ੍ਰੋਸੈਸਿੰਗ ਕੰਪਲੈਕਸ ਸਮੇਂ ਦੀ ਲੋੜ। ਹਾਂਜੀ ਦੇਖੋ ਜਿਉਂ-ਜਿਉਂ ਸਮਾਂ ਸਾਡਾ ਜਿਹੜਾ ਵਾ ਤਰੱਕੀ ਕਰ ਰਿਹਾ, ਅਸੀਂ ਤਰੱਕੀ ਕਰ ਰਹੇ ਹਾਂ, ਮਾਹਰ ਤੁਸੀਂ ਜਿਹੜੇ ਉਹ ਤਰੱਕੀ ਕਰ ਰਹੇ ਹੋ, ਸਾਨੂੰ ਨਵੀਆਂ ਚੀਜ਼ਾਂ ਦਿੰਦੇ ਹੋ, ਅਸੀਂ ਉਹਨੂੰ ਅਪਣਾਉਂਦੇ ਹਾਂ ਖੇਤੀਬਾੜੀ 'ਚ ਤੇ ਸਾਨੂੰ ਉਹ ਦੁੱਗਣਾ ਤਿਗਣਾ ਫਾਇਦਾ ਦਿੰਦੇ ਆ। ਇਹ ਦੱਸੋ ਵੀ ਜਿਹੜਾ ਐਗਰੋ ਪ੍ਰੋਸੈਸਿੰਗ ਕੰਪਲੈਕਸ ਹੈ ਇਹ ਹੈ ਕੀ?
ਸੋ ਐਗਰੋ ਪ੍ਰੋਸੈਸਿੰਗ ਕੰਪਲੈਕਸ, ਜਿਵੇਂ ਤੁਸੀਂ ਗੱਲ ਕੀਤੀ ਕਿ ਸਮੇਂ ਦੀ ਲੋੜ, ਇੱਕ ਸਮਾਂ ਹੁੰਦਾ ਸੀ ਜਦੋਂ ਆਪਾਂ ਨੂੰ ਪ੍ਰੋਡਕਸ਼ਨ ਦੀ ਲੋੜ ਹੁੰਦੀ ਸੀ, ਜਿਵੇਂ ਬਹੁਤ ਘੱਟ ਝਾੜ ਵਾਲੀਆਂ ਆਪਣੇ ਕੋਲੇ ਵੈਰਾਈਟੀਆਂ ਸੀ। ਉਸ ਤੋਂ ਬਾਅਦ ਆਪਾਂ ਨੂੰ ਲੋੜ ਪਈ ਭੁੱਖਮਰੀ ਨੂੰ ਘਟਾਉਣ ਲਈ 47 ਤੋਂ ਬਾਅਦ, ਜਾਂ ਉਸ ਤੋਂ ਬਾਅਦ ਕਿ ਆਪਾਂ ਜ਼ਿਆਦਾ ਪ੍ਰੋਡਕਟਿਵਿਟੀ ਵਾਲੀਆਂ, ਜ਼ਿਆਦਾ ਪ੍ਰੋਡਕਸ਼ਨ ਵਾਲੀਆਂ ਆਪਾਂ ਵੈਰਾਈਟੀਆਂ ਰਿਲੀਜ਼ ਕਰੀਏ ਜੀ। ਸੋ ਉਹ ਕੰਮ ਕੀਤਾ ਉਦੋਂ ਮਹਾਰਾ ਨੇ। ਹੁਣ ਆਪਣੇ ਕੋਲੇ ਪ੍ਰੋਡਕਸ਼ਨ ਬਹੁਤ ਆ, ਸੋ ਪ੍ਰੋਡਕਸ਼ਨ ਬਹੁਤ ਆ ਤਾਂ ਆਪਾਂ ਨੂੰ ਪ੍ਰੋਸੈਸਿੰਗ ਟੈਕਨੀਕਸ ਦੀ ਲੋੜ ਆ। ਸੋ ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਵਿੱਚ ਆਪਣੀਆਂ ਫਸਲਾਂ ਨੂੰ ਪ੍ਰੋਸੈਸਿੰਗ ਕਰਕੇ ਉਹਦਾ ਮੁੱਲ ਵਾਧਾ ਕਰਕੇ ਬਣਾਉਣ ਵਾਲੀ ਇੱਕ ਯੂਨਿਟ, ਜਿਹਦੇ ਵਿੱਚ 2 ਜਾਂ 2 ਤੋਂ ਜ਼ਿਆਦਾ ਮਸ਼ੀਨਾਂ ਹੋਣ ਪ੍ਰੋਸੈਸਿੰਗ ਵਾਲੀਆਂ। ਉਹ ਪ੍ਰੋਸੈਸਿੰਗ ਕਿਸੇ ਦੀ ਵੀ ਹੋ ਸਕਦੀ ਹੈ, ਗ੍ਰੇਨਸ ਦੀ ਹੋ ਸਕਦੀ ਆ, ਦਾਣਿਆਂ ਦੀ, ਮਤਲਬ ਕਣਕ ਦੀ ਹੋ ਗਈ, ਝੋਨੇ ਦੀ ਹੋ ਗਈ, ਜਾਂ ਫਿਰ ਤੁਸੀਂ ਤੇਲ ਬੀਜਾਂ ਦੀ ਲੈ ਸਕਦੇ ਹੋ, ਤੇਲ ਕੱਢਣ ਵਾਲੀਆਂ ਮਸ਼ੀਨਾਂ ਹੋ ਸਕਦੀਆਂ, ਪੈਕੇਜਿੰਗ ਯੂਨਿਟ ਹੋ ਸਕਦੀ ਆ, ਆਟਾ ਬਣਾਉਣ ਵਾਲੀਆਂ ਚੱਕੀਆਂ ਹੋ ਸਕਦੀਆਂ। ਹਾਂ ਬਿਲਕੁਲ, ਹਲਦੀ ਬਣਾ ਲਈ, ਬਣਾਉਣ ਮਤਲਬ ਜਿਹੜੀ ਚੀਜ਼ ਅਸੀਂ ਖੇਤਾਂ 'ਚ ਬੀਜਦੇ ਆ ਉਹਨੂੰ ਪ੍ਰੋਸੈਸ ਕਰਨੀ। ਮਤਲਬ ਖੇਤਾਂ ਵਾਲਾ ਕੰਮ ਆਪਾਂ ਕਰ ਚੁੱਕੇ ਆ ਮੈਕਸਿਮਮ ਲੈਵਲ ਤੇ, ਕਿ ਆਪਾਂ ਪ੍ਰੋਡਕਸ਼ਨ ਜਿੰਨਾ ਆਪਣੀ ਮਿੱਟੀ ਚੋਂ ਕੱਢ ਸਕਦੇ ਸੀ ਆਪਾਂ ਕੱਢ ਲਿਆ, ਆਪਾਂ ਕੱਢ ਰਹੇ ਆ। ਬਟ ਉਹਨੂੰ ਹੁਣ ਸਾਂਭ ਸੰਭਾਲ ਕਿਵੇਂ ਕਰਨੀ ਹੈ, ਕਿਸਾਨ ਉਹ ਤੋਂ ਕਿਵੇਂ ਫਾਇਦਾ ਲੈ ਸਕਦੇ ਆ। ਸੋ ਉਹਦੀ 1, 2 ਜਾਂ 2 ਤੋਂ ਜ਼ਿਆਦਾ ਮਸ਼ੀਨਾਂ ਦੀ ਇੱਕੋ ਬਿਲਡਿੰਗ ਦੇ ਵਿੱਚ, ਇੱਕ ਕੰਪਲੈਕਸ ਦੇ ਵਿੱਚ ਤੁਸੀਂ ਫਿੱਟ ਕਰਕੇ ਉੱਥੇ ਜਦੋਂ ਲਿਆ ਕੇ ਆਪਦੀ ਹੀ ਫਸਲ ਪ੍ਰੋਸੈਸ ਕਰਦੇ ਹੋ, ਉਹਨੂੰ ਬੇਸਿਕਲੀ ਐਗਰੋ ਪ੍ਰੋਸੈਸਿੰਗ ਕੰਪਲੈਕਸ ਕਿਹਾ ਜਾਂਦਾ। ਹੁਣ ਮੈਡਮ ਜੀ ਮਨ 'ਚ ਇਹ ਸਵਾਲ ਹੁੰਦਾ ਹੈ, ਜਿਹੜੇ ਹਾਲਾਤ ਚੱਲਦੇ ਪਏ ਕਿ ਅੱਜ ਦੇ ਦੌਰ ਦੇ ਵਿੱਚ ਜੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ, ਕਿੰਨੀ ਕੁ ਲੋੜ ਹੈ ਇਸ ਐਗਰੋ ਪ੍ਰੋਸੈਸਿੰਗ ਯੂਨਿਟਸ ਦੀ? ਹਾਂਜੀ, ਬਿਲਕੁਲ ਲੋੜ ਇਸ ਦੀ ਤਾਂ ਵੀ ਵਧੀਆ, ਜਿਵੇਂ ਤੁਸੀਂ ਐਮਪਲੋਇਮੈਂਟ ਦੀ ਗੱਲ ਕੀਤੀ, ਰੋਜ਼ਗਾਰ ਦੀ ਗੱਲ ਕੀਤੀ ਹੈ। ਸੋ ਆਪਣੇ ਬਹੁਤ ਸਾਰੇ ਨੌਜਵਾਨ ਖੇਤੀ ਛੱਡ ਕੇ, ਕਿੱਤਾ ਛੱਡ ਕੇ ਜਾਂ ਤਾਂ ਸ਼ਹਿਰਾਂ ਵੱਲ ਮੂਵ ਕਰ ਰਹੇ ਆ, ਤੇ ਜਾਂ ਸ਼ਹਿਰਾਂ ਵੱਲ ਵੀ ਨਹੀਂ, ਅਬਰੋਡ ਮੂਵ ਕਰ ਰਹੇ ਹੈ ਨਾ। ਸੋ ਉਹਨਾਂ ਦਾ ਆਪਾਂ ਉਹ ਵਲਾਇਤ ਜਾਣਾ ਤੇ ਉਹ ਮੂਵਮੈਂਟ ਜਿਹੜੀ ਹੈਗੀ ਉਹਨਾਂ ਦੀ ਪਿੰਡਾਂ ਤੋਂ ਸ਼ਹਿਰ ਵੱਲ ਜਾਂ ਫਿਰ ਸ਼ਹਿਰਾਂ ਤੋਂ ਵਲਾਇਤ ਵੱਲ, ਸੋ ਉਹ ਘਟਾਉਣ ਵਾਸਤੇ ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਇਹਦੇ ਵਿੱਚ ਕੀ ਆ ਕਿ ਤੁਸੀਂ ਹੁਣ ਤੱਕ ਖੇਤੀ ਸਿਰਫ ਇੱਥੋਂ ਤੱਕ ਸੀ, ਕਿਸਾਨ ਕਰਦੇ ਸੀ ਕਿ ਆਪਦੀ ਫਸਲ ਬੀਜੀ ਆ, ਕੱਢ ਕੇ ਫਸਲ ਹਾਰਵੈਸਟ ਕਰਨ ਤੋਂ ਬਾਅਦ ਉਹਨੂੰ ਮੰਡੀਆਂ 'ਚ ਲਿਜਾ ਕੇ ਤੇ ਉੱਥੇ ਵੇਚਦੇ ਸੀ। ਪਰ ਹੁਣ ਆਪਣੇ ਕੋਲੇ ਜਦੋਂ ਤਰੀਕੇ ਹੈਗੇ ਆ, ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਸਿਰਫ ਉਹੀ ਕੰਮ ਨਹੀਂ ਪਸੰਦ ਕਿ ਸਿਰਫ ਇੰਨਾ ਕੁ ਕਰ ਲਓ, ਉਸ ਤੋਂ ਬਾਅਦ ਉਹਨਾਂ ਕੋਲੇ ਟੈਕਨੀਕਸ ਹੈਗੀਆਂ ਹੁਣ। ਸੋ ਤੁਸੀਂ ਨੌਜਵਾਨਾਂ ਨੂੰ ਟ੍ਰੇਨ ਕਰਕੇ ਉਹ ਆਪਦੀ ਹੀ ਫਸਲ ਨੂੰ, ਕਿਸਾਨ ਜਿਵੇਂ ਹੁਣ ਕਣਕ ਦੇ ਸੀਜ਼ਨ ਦੇ ਵਿੱਚ ਆਪਾਂ ਆਲਮੋਸਟ ਵਿਹਲੇ ਹੁੰਨੇ ਆ, ਕਿਸਾਨ ਬੀਜ ਕੇ ਕਣਕ ਝੋਨਾ ਲਾ ਕੇ ਫਿਰ ਵਿਹਲਾ ਹੁੰਦਾ, ਟਾਈਮ ਹੁੰਦਾ ਵਿੱਚ। ਸੋ ਉਹ ਟਾਈਮ ਦੇ ਵਿੱਚ ਨੌਜਵਾਨ ਕੀ ਕਰਨ? ਸੋ ਇਹ ਯੂਨਿਟਸ ਬਹੁਤ ਹੈਲਪਫੁਲ ਹੋਣਗੀਆਂ ਕਿ ਇੱਕ ਤਾਂ ਪਹਿਲਾਂ ਰੁਜ਼ਗਾਰ ਦੇਣਗੀਆਂ, ਦੂਜਾ ਤੁਹਾਡੀ ਕਮਾਈ ਦੇ ਵਿੱਚ ਵਾਧਾ ਕਰਨਗੀਆਂ, ਤੀਜਾ ਤੁਸੀਂ ਆਪਦੀ ਫਸਲ ਨੂੰ ਆਪਦੇ ਹੀ ਖਪਤਕਾਰਾਂ ਕੋਲੇ ਉਸ ਪੋਜੀਸ਼ਨ ਤੇ ਐਂਡ ਪ੍ਰੋਡਕਟ ਕਹਿ ਦਿੰਨੇ ਆ ਅਸੀਂ, ਜਿਵੇਂ ਕਣਕ ਤੋਂ ਆਟਾ ਬਣਾ ਕੇ ਤੁਸੀਂ ਵੇਚ ਸਕਦੇ ਹੋ, ਹੈ ਨਾ। ਕਿਉਂਕਿ ਅੱਜ ਕੱਲ੍ਹ ਮਿਲਾਵਟਾਂ ਦੀਆਂ ਬਹੁਤ ਸ਼ਿਕਾਇਤਾਂ ਆਉਣ ਲੱਗੀਆਂ, ਚਾਹੇ ਮਸਾਲੇ ਦੇਖ ਲਓ, ਤੇਲ ਦੇਖ ਲਓ, ਆਟੇ ਦੇਖ ਲਓ, ਦਾਲਾਂ ਵੇਖ ਲਓ, ਹੈ ਨਾ। ਸੋ ਅੱਜ ਕੱਲ੍ਹ ਖਪਤਕਾਰਾਂ ਨੂੰ ਵੀ ਇਸ ਦੀ ਲੋੜ ਆ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਆ। ਸੋ ਪਿੰਡਾਂ ਵਾਲੇ ਪਿੰਡਾਂ 'ਚ ਜੇ ਰਹਿਣਾ ਚਾਹੁੰਦੇ ਆ, ਸੋ ਉਹਨਾਂ ਵਾਸਤੇ ਇਹ ਬਹੁਤ ਸੋਹਣੀ ਇੱਕ ਅਪੋਰਚੁਨਿਟੀ ਆ ਕਿ ਉਹ APC ਐਗਰੋ ਪ੍ਰੋਸੈਸਿੰਗ ਕੰਪਲੈਕਸ ਯੂਨਿਟਸ ਆਪਦੀਆਂ ਲਗਾਉਣ ਤੇ ਫਿਰ ਉੱਥੇ ਹੀ ਆਪਦੀਆਂ ਹੀ ਫਸਲਾਂ ਨੂੰ, ਭਲਾ ਸਾਰੇ ਪਿੰਡ ਦੀਆਂ ਕਰ ਲੈਣ, ਨੇੜੇ ਤੇੜੇ ਦੇ ਪਿੰਡਾਂ ਦੀਆਂ ਕਰ ਲੈਣ। ਸੋ ਉਹ ਸਾਰੀ ਪ੍ਰੋਸੈਸਿੰਗ ਯੂਨਿਟ ਪ੍ਰੋਸੈਸ ਕਰਕੇ ਫਿਰ ਉਹਨੂੰ ਅੱਗੇ ਵੇਚਣ। ਅੱਛਾ, ਹੁਣ ਇਹ ਦੱਸੋ ਬਈ ਇਹ ਕੋਈ ਖਾਸ ਮਤਲਬ ਫਾਰਮਰਸ ਵਾਸਤੇ ਆ ਵੀ ਲਾ ਸਕਦਾ, ਜਾਂ ਹੋਰ ਵੀ ਕੋਈ ਲਾ ਸਕਦਾ, ਜਾਂ ਕੋਈ ਵੀ ਲਾ ਸਕਦਾ? ਮੇਰਾ ਮਤਲਬ ਇਹ ਜਿਹੜਾ ਕੰਪਲੈਕਸ ਆ ਐਗਰੋ ਪ੍ਰੋਸੈਸਿੰਗ, ਇਹ ਲਾ ਕੌਣ ਸਕਦਾ? ਐਕਚੁਅਲੀ ਇਹ ਜ਼ਰੂਰੀ ਨਹੀਂ ਆ ਕਿ ਜੇ ਤੁਸੀਂ ਕਿਸਾਨ ਹੋ ਫਿਰ ਹੀ ਇਹ ਲਾ ਸਕਦੇ ਹੋ। ਹੁਣ ਬਹੁਤ ਵਾਰ ਜਿਵੇਂ ਆਪਣੇ ਮਿਲਟਰੀ ਵਾਲੇ ਜਾਂ ਫਿਰ ਐਵੇਂ ਦੀਆਂ ਸਰਵਿਸ ਹੈ ਜਿਨ੍ਹਾਂ ਦੇ ਵਿੱਚ ਤੁਹਾਡੀ ਰਿਟਾਇਰਮੈਂਟ ਛੇਤੀ ਹੋ ਜਾਂਦੀ ਹੈ ਨਾ। ਸੋ ਉਸ ਤੋਂ ਬਾਅਦ ਉਹ ਵਿਹਲੇ ਹੁੰਦੇ ਆ, ਸੋ ਉਹ ਕੀ ਕਰਦੇ ਆ, ਉਹ ਇਹ ਕੰਮ ਸਿੱਖ ਕੇ ਔਰ ਫਿਰ ਆਪਦੇ ਪਿੰਡ, ਕਿਸੇ ਵੀ ਪਿੰਡ ਦੇ ਵਿੱਚ ਇੱਕ ਯੂਨਿਟ ਲਾ ਲੈਂਦੇ ਆ। ਉਹਨਾਂ ਕੋਲੇ ਆਪਦੇ ਕੋਲੇ ਘੱਟ ਜ਼ਮੀਨ ਹੁੰਦੀ ਆ, ਸੋ ਆਪਦੇ ਕੋਲੇ ਘੱਟ ਜ਼ਮੀਨ ਆ ਤਾਂ ਪ੍ਰੋਡਕਸ਼ਨ ਵੀ ਘੱਟ ਹੋਈ। ਸੋ ਉਹ ਕੀ ਕਰਦੇ ਆ, ਨੇੜੇ ਤੇੜੇ ਦੇ ਪਿੰਡਾਂ ਦਾ ਸਾਰਿਆਂ ਦਾ ਪ੍ਰੋਡਿਊਸ ਖਰੀਦ ਕੇ ਉਹਨੂੰ ਪ੍ਰੋਸੈਸ ਕਰ ਲੈਂਦੇ ਆ ਤੇ ਫਿਰ ਉਹ ਸ਼ੇਅਰਿੰਗ ਬੇਸਿਸ ਤੇ, ਮਤਲਬ ਜਿਵੇਂ ਆਪਾਂ ਮਾਰਕੀਟ ਦੇ ਵਿੱਚ ਸ਼ੇਅਰ ਰੱਖਦੇ ਆ ਉਵੇਂ ਰੱਖ ਲੈਂਦੇ, ਜਾਂ ਫਿਰ ਉਹਨਾਂ ਦਾ ਮਾਲ ਪੂਰਾ ਖਰੀਦ ਕੇ ਉਹਨੂੰ ਗਾਂ ਫਿਰ ਆਪਦੇ ਆਪ ਵੇਚ ਦਿੰਦੇ ਪ੍ਰੋਸੈਸ ਕਰਕੇ। ਸੋ ਛੋਟੇ ਤੋਂ ਲੈ ਕੇ ਵੱਡੀਆਂ ਮਸ਼ੀਨਾਂ ਤੱਕ, ਮਤਲਬ 60 ਕਿਲੋ ਤੋਂ ਲੈ ਕੇ 1 ਟਨ ਪਰ ਘੰਟੇ ਦੇ ਹਿਸਾਬ ਦੇ ਨਾਲ ਤੁਸੀਂ ਜਦੋਂ ਕੱਢਦੇ ਹੋ, ਸੋ ਕੈਪੈਸਿਟੀ ਵੈਰੀ ਕਰਦੀ ਹੈ। ਸੋ ਤੁਸੀਂ ਆਪਦੇ ਲੈਵਲ ਦੇ ਹਿਸਾਬ ਨਾਲ, ਜੇ ਛੋਟਾ ਕਿਸਾਨ ਆ ਤਾਂ ਛੋਟੀਆਂ ਮਸ਼ੀਨਾਂ ਦਾ ਯੂਨਿਟ ਲਾ ਲੇ, 2 ਜਾਂ 3 ਮਸ਼ੀਨਾਂ ਦਾ ਲਾ ਲੇ। ਵੱਡਾ ਕਿਸਾਨ ਆ ਤਾਂ ਉਹ 10 ਮਸ਼ੀਨਾਂ ਰੱਖ ਲਵੇ। ਉਵੇਂ ਸੇਮ ਪ੍ਰੋਸੈਸਿੰਗ ਦੇ ਨਾਲ ਪੈਕੇਜਿੰਗ ਦੀ ਯੂਨਿਟ ਲਾ ਲਵੇ, ਆਪਦੀ ਪੈਕੇਜਿੰਗ ਆਪੇ ਕਰੇ, ਆਪਦੀ ਲੈਵਲਿੰਗ ਆਪੇ ਕਰੇ, ਫਿਰ ਉਸ ਤੋਂ ਬਾਅਦ ਮਾਰਕੀਟਿੰਗ ਆਪੇ ਕਰੇ। ਸੋ ਮੈਂ ਸਮਝਿਆ ਮਿੱਠਾ ਸਿੰਘ ਜੀ ਬੜੀ ਵਧੀਆ ਮੈਡਮ ਨੇ ਗੱਲ ਕੀਤੀ ਹੈ ਕਿ ਅਜਿਹੇ ਯੂਨਿਟ ਜੇ ਪਿੰਡਾਂ 'ਚ ਲੱਗ ਜਾਣ
ਤੇ ਨਾਲੇ ਪੁੰਨ ਤੇ ਨਾਲੇ ਫਲੀਆਂ, ਨਾਲੇ ਤੇ ਰੋਜ਼ਗਾਰ ਦੇ ਵਸੀਲੇ ਪੈਦਾ ਹੋ ਜਾਣਗੇ ਤੇ ਨਾਲ ਉਸ ਪਿੰਡ ਦਾ ਜਿਹੜਾ ਰਾ ਮਟੀਰੀਅਲ ਹੈ ਆਪਣਾ ਪਿੰਡ 'ਚ ਹੀ ਵਰਤਿਆ ਜਾਊਗਾ, ਪਿੰਡ 'ਚ ਹੀ ਵਰਤਿਆ ਜਾਊਗਾ, ਬਿਲਕੁਲ। ਪਰ ਇੱਕ ਗੱਲ ਮੇਰੇ ਮਨ 'ਚ ਆਉਂਦੀ ਹੈ ਕਿ ਜਦੋਂ ਅਸੀਂ ਅਜੇ ਯੂਨਿਟ ਲਾਉਂਦੇ ਆ, ਕੁਦਰਤੀ ਗੱਲ ਹੈ ਇਨਕਮ ਵਧਾਉਣ ਵਾਸਤੇ ਲਾਉਂਦੇ ਵੀ ਪਰਿਵਾਰ ਦੀ ਇਨਕਮ ਵਧੇ, ਤੇ ਜੇ ਅਸੀਂ ਵੈਸੇ ਸੋਚੀਏ ਵੀ ਕਿੰਨਾ ਕੁ ਫਰਕ ਪੈਂਦਾ, ਕੋਈ ਖਰਚਾ ਵੀ ਆਉਂਦਾ ਹੋਏਗਾ ਹੈ ਨਾ, ਤੇ ਉਹ ਆਪਾਂ ਨੂੰ ਜਦੋਂ ਯੂਨਿਟ ਲਾਉਣਾ ਹੈ APC ਤੇ ਜ਼ਿਕਰ ਕੀਤਾ ਹੈ ਐਗਰੋ ਪ੍ਰੋਸੈਸਿੰਗ ਯੂਨਿਟ, ਤੇ ਉੱਥੇ ਆਪਾਂ ਨੂੰ ਪੈਸਾ ਵੀ ਸਰਮਾਇਆ ਵੀ ਚਾਹੀਦਾ ਤੇ ਆਪਾਂ ਨੂੰ ਚਲਾਉਣ ਵਾਸਤੇ ਸਰਮਾਇਆ ਚਾਹੀਦਾ, ਬਿਜਲੀ ਦਾ ਸਰਮਾਇਆ ਵੀ ਚਾਹੀਦਾ, ਸੋ ਉਸ ਪੱਖੋਂ ਕਿੰਨੀ ਕੁ ਇਨਕਮ ਦਾ ਵਾਧਾ ਹੋ ਸਕਦਾ। ਸੋ ਮੈਂ ਇਹ ਐਗਜ਼ਾਮਪਲ ਦੇ ਕੇ ਦੱਸਦੀ ਹਾਂ। ਹੁਣੇ ਥੋੜਾ ਜਿਹਾ ਟਾਈਮ ਪਹਿਲਾਂ ਵਾਂਦਰ ਪਿੰਡ 'ਚ ਇੱਕ ਐਕਸ ਸਰਵਿਸਮੈਨ ਨੇ ਲਾਇਆ, ਸੋ ਉਹਨੇ 10 ਕੁ ਲੱਖ ਰੁਪਇਆ ਲਾ ਕੇ, ਸੋ ਉਹਨਾਂ ਕੋਲੇ ਜਗ੍ਹਾ ਸੀਗੀ, ਜਗ੍ਹਾ ਤਾਂ ਮਤਲਬ 200 ਤੋਂ 300 ਸਕੁਅਰ ਗਜ ਜਗ੍ਹਾ ਚਾਹੀਦੀ ਹੁੰਦੀ ਆ ਜੇ ਤੁਸੀਂ 5-6 ਮਸ਼ੀਨਾਂ ਵੀ ਲਾਉਣੀਆਂ ਤਾਂ, ਓਕੇ। ਸੋ 10 ਤੋਂ 15 ਲੱਖ ਜੇ ਤੁਸੀਂ ਲਾਉਣੇ ਹੋ, ਸੋ ਇਹਦੇ ਵਿੱਚ ਤਾਂ ਪਹਿਲਾਂ ਤਾਂ ਸਬਸਿਡੀ ਤੁਹਾਨੂੰ ਮਿਲ ਜਾਂਦੀ ਹੈ, ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ ਜਿਹੜੇ ਹੈਗੇ ਆ KVIC, ਸੋ ਉਹਨਾਂ ਤੋਂ ਵੀ ਤੁਹਾਨੂੰ ਸਬਸਿਡੀ ਮਿਲ ਜਾਂਦੀ, ਪਲੱਸ ਤੁਹਾਨੂੰ ਬੈਂਕਸ ਤੋਂ ਲੋਨ ਮਿਲ ਜਾਂਦਾ, ਸੋ ਤੁਹਾਨੂੰ ਲੋਨ ਤਾਰਨਾ ਸੌਖਾ ਹੁੰਦਾ। ਸੋ ਉਸ ਫਾਰਮਰ ਨੇ 10 ਲੱਖ ਰੁਪਇਆ ਆਪਦਾ ਲਾ ਕੇ 4 ਮਸ਼ੀਨਾਂ ਲਾਈਆਂ, ਉਸ ਤੋਂ ਬਾਅਦ ਉਹ ਨੇੜੇ ਤੇੜੇ ਦੇ 10-15 ਪਿੰਡਾਂ ਦਾ ਪ੍ਰੋਡਿਊਸ ਜਿਹੜਾ ਹੈਗਾ ਉਹ ਪ੍ਰੋਸੈਸ ਕਰ ਰਿਹਾ, ਤੇ ਉਹਨੇ 3 ਸਾਲਾਂ ਦੇ ਵਿੱਚ ਆਪਦਾ ਸਾਰਾ ਲੋਨ ਕੱਢਤਾ, ਔਰ ਹੁਣ ਉਹ 10 ਲੱਖ ਰੁਪਇਆ ਲਾ ਕੇ 1 ਮਹੀਨੇ ਦਾ ਅਰਾਊਂਡ 70 ਤੋਂ 80 ਹਜ਼ਾਰ ਰੁਪਇਆ ਕਮਾ ਰਿਹਾ। ਇਹ ਤਾਂ ਹੋ ਗਿਆ ਮੁੱਲ ਵਾਧਾ। ਸੋ ਆਪਾਂ ਸਿਰਫ ਇਕਨੋਮਿਕਲੀ ਇਸ ਚੀਜ਼ ਨੂੰ ਨਾ ਦੇਖੀਏ, ਅੱਜ ਕੱਲ੍ਹ ਜਿਵੇਂ ਪਿੰਡਾਂ ਦੇ ਵਿੱਚ ਸਾਰੇ ਘਰਾਂ 'ਚ ਬੰਦ ਰਹਿਣ ਲੱਗ ਗਏ ਨੇ, ਮਤਲਬ ਇਕਨੋਮਿਕਲ ਇਸ਼ੂ ਤਾਂ ਹੈ ਹੀ, ਬਟ ਸੋਸ਼ਲ ਇਸ਼ੂ ਬਹੁਤ ਹੋਇਆ। ਸੋ APC ਤੁਹਾਡੇ ਲਈ ਇੱਕ ਵਰਦਾਨ ਤਾਂ ਵੀ ਹੋ ਸਕਦਾ ਕਿਉਂਕਿ ਪਿੰਡਾਂ ਦੀ ਇੱਕ ਸਾਂਝੀ ਥਾਂ ਹੋ ਸਕਦੀ, ਜਿਵੇਂ ਪਹਿਲਾਂ ਸੱਥਾਂ ਹੁੰਦੀਆਂ ਸੀ। ਸੋ ਇੱਥੇ ਲੋਕ ਆ ਕੇ ਕੰਮ ਕਰ ਸਕਦੇ ਆ, ਆਪਦੀਆਂ ਫਸਲਾਂ ਲਿਆ ਕੇ ਪ੍ਰੋਸੈਸ ਕਰ ਸਕਦੇ ਆ, ਔਰ ਜ਼ਰੂਰੀ ਨਹੀਂ ਹੈ ਕਿ ਸਾਰੀਆਂ ਮਸ਼ੀਨਾਂ ਤੁਹਾਡੇ ਕੋਲ ਹੀ ਹੋਣ। ਹੋ ਸਕਦਾ ਤੁਸੀਂ ਮਤਲਬ ਉਹਨੂੰ ਕਸਟਮ ਹਾਇਰਿੰਗ ਬੇਸ ਤੇ ਚਲਾ ਦਿਓ, ਕਿਰਾਏ ਤੇ ਚਲਾ ਦਿਓ, ਜਿਵੇਂ ਆਪਾਂ ਕਹਿੰਦੇ ਆ ਕਿ ਤੁਸੀਂ ਇੱਕ ਘੰਟਾ ਜੇ ਆਹ ਮਸ਼ੀਨ ਚਲਾਉਣੀ ਹੈ, ਜਾਂ ਫਿਰ ਇੰਨੇ ਕੁਆਂਟਲ ਜੇ ਤੁਸੀਂ ਆਪਦੇ ਪ੍ਰੋਡਿਊਸ ਨੂੰ ਪ੍ਰੋਸੈਸਿੰਗ ਪ੍ਰੋਡਕਟ ਦੇ ਵਿੱਚ ਬਣਾਉਣਾ, ਸੋ ਇਹਦਾ ਇੰਨਾ ਚਾਰਜਸ ਆ। ਸੋ ਉਹਦੇ ਨਾਲ ਕੀ ਹੈ, ਤੁਹਾਡਾ ਸੋਸ਼ਲ ਐਸਪੈਕਟ ਸੋਹਣਾ ਹੁੰਦਾ, ਪਿੰਡਾਂ ਦੇ ਲੋਕ ਆਪਸ ਦੇ ਵਿੱਚ ਦੀ ਮਿਲਵਰਤਨ ਲੱਗਣਗੇ। ਬਿਲਕੁਲ ਸਹੀ। ਹਾਂਜੀ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਵੀ ਅਸੀਂ ਜਿਹੜੇ ਖੇਤੀਬਾੜੀ ਕਰਦੇ ਆ, ਹਾਂਜੀ, ਇਹ ਤੇ ਹੈ ਨਹੀਂ ਵੀ ਇੱਕੋ ਹੀ ਫਸਲ ਅਸੀਂ ਲਾਉਂਦੇ ਆ, ਬਿਲਕੁਲ ਹੈ ਨਾ, ਸਾਡਾ ਇੱਕ ਫਸਲੀ ਚੱਕਰ ਆ, ਹਾਂਜੀ, ਹੈ ਨਾ, ਕੋਈ ਕਣਕ ਤੋਂ ਆਲੂ ਤੋਂ ਬਾਅਦ ਫਲਾਣਾ, ਹੈ ਨਾ, ਦਾਲਾਂ, ਹਾਂਜੀ, ਇਹ ਜਿਹੜਾ ਫਸਲੀ ਚੱਕਰ ਆ, ਹਾਂਜੀ, ਇਹ ਐਗਰੋ ਪ੍ਰੋਸੈਸਿੰਗ ਕੰਪਲੈਕਸ 'ਚ ਹਾਂਜੀ, ਕਿੰਨਾ ਕੁ ਯੋਗਦਾਨ ਪਾ ਰਿਹਾ? ਹਾਂਜੀ। ਸੋ ਜਿਹੜਾ ਆਪਣਾ ਫਸਲੀ ਚੱਕਰ ਹੈ, ਜਿਵੇਂ ਆਪਾਂ ਕਹਿੰਦੇ ਆ, ਜਿਵੇਂ ਆਪਣੀ ਗ੍ਰਾਈਂਡਰ ਦੀ ਗੱਲ ਹੋਈ ਸੀ, ਮਸਾਲਿਆਂ ਦੀ ਗੱਲ ਹੋਈ ਸੀ, ਸੋ ਆਪਣੇ ਕੋਲੇ ਜਿੰਨੀ ਵੀ ਜ਼ਮੀਨ ਹੁੰਦੀ ਆ, ਆਪਾਂ ਇੱਕੋ ਫਸਲ ਨਹੀਂ ਲਾਉਂਦੇ ਉਹਦੇ ਵਿੱਚ, ਹੈ ਨਾ, ਥੋੜੀਆਂ ਕਰਕੇ ਫਸਲਾਂ ਲਾਈਆਂ ਹੁੰਦੀਆਂ, ਜਾਂ ਤਾਂ ਤੇ ਜਾਂ ਆਪਾਂ ਅੱਜ ਕੱਲ੍ਹ ਯੂਨੀਵਰਸਿਟੀ ਜਿਵੇਂ ਪ੍ਰੈਫਰ ਕਰ ਰਹੀ ਹੈ ਕਿ ਤੁਸੀਂ ਕ੍ਰੌਪ ਰੋਟੇਸ਼ਨ ਦੇ ਵਿੱਚ ਜਾਂ ਫਿਰ ਮਲਟੀਪਲ ਕ੍ਰੌਪਿੰਗ ਕਰੋ, ਇੱਕ ਫਸਲ ਨਾ ਲਾਓ ਇੱਕ ਜਗ੍ਹਾ ਤੇ, ਹੈ ਨਾ। ਸੋ ਉਹਦੇ ਨਾਲ ਇੱਕ ਤਾਂ ਉਹ ਤਾਂ ਕਹਿੰਦੇ ਆ ਕਿ ਤੁਹਾਡੀ ਸੋਇਲ ਤੇ ਤੁਹਾਡਾ ਐਨਵਾਇਰਨਮੈਂਟਲ ਬਹੁਤ ਸਹੀ ਰਹਿੰਦਾ ਉਹਦੇ ਨਾਲ। ਤੇ ਜਦੋਂ ਆਪਾਂ APC ਦੀ ਗੱਲ ਕਰਦੇ ਹਾਂ, ਤੁਹਾਡਾ ਫਸਲੀ ਚੱਕਰ ਜਿਹੜਾ ਹੈਗਾ, ਹੁਣ ਮਲਟੀਪਲ ਚੱਕੀਆਂ ਆਉਂਦੀਆਂ, ਇੱਕੋ ਹੀ ਚੱਕੀ ਦੇ ਵਿੱਚ ਤੁਸੀਂ ਕਣਕ ਵੀ ਪੀ ਸਕਦੇ ਹੋ, ਉਸੇ ਚੱਕੀ ਦੇ ਵਿੱਚ ਤੁਸੀਂ ਚੌਲਾਂ ਦਾ ਆਟਾ ਵੀ ਬਣਾ ਸਕਦੇ ਹੋ, ਉਸੇ ਚੱਕੀ ਦੇ ਵਿੱਚ ਤੁਸੀਂ ਛੋਲਿਆਂ ਦਾ ਆਟਾ ਵੀ ਬਣਾ ਸਕਦੇ ਹੋ, ਬੇਸਨ ਬਣਾ ਸਕਦੇ ਹੋ, ਹੈ ਨਾ। ਸੋ ਹੁਣ ਦਲੀਆ ਬਣਾਉਣਾ ਹੈ, ਸੂਜੀ ਬਣਾਉਣੀ ਹੈ, ਉਹਦੇ ਲਈ ਇੱਕ ਮਸ਼ੀਨ ਹੈ, ਹੋਰ ਚਾਹੇ ਉਹ ਕਿਸੇ ਵੀ ਕ੍ਰੌਪ ਤੋਂ ਤੁਸੀਂ ਦਲੀਆ ਬਣਾ ਰਹੇ ਹੋ, ਹੈ ਨਾ। ਸੋ ਤੁਹਾਡਾ ਮਲਟੀਪਲ ਕ੍ਰੌਪਿੰਗ ਹੁੰਦੀ ਹੈ ਜਾਂ ਕ੍ਰੌਪ ਰੋਟੇਸ਼ਨ ਜਦੋਂ ਹੁੰਦਾ, ਉਹ ਵਾਲੀਆਂ ਫਸਲਾਂ ਦਾ ਥੋੜਾ ਯੋਗਦਾਨ ਹੈ, ਕਿਉਂਕਿ ਅੱਜ ਕੱਲ੍ਹ ਟੈਕਨੀਕਲੀ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਅਵੇਲੇਬਲ ਆ। ਸੋ ਇਹ ਇੱਕ ਤਾਂ ਇਹਦਾ ਪਲੱਸ ਪੁਆਇੰਟ ਆ। ਦੂਜਾ ਇਹ ਆ ਕਿ ਜਦੋਂ ਆਪਾਂ ਐਗਰੀਕਲਚਰ ਪ੍ਰੋਸੈਸਿੰਗ ਐਗਰੋ ਪ੍ਰੋਸੈਸਿੰਗ ਕੰਪਲੈਕਸ ਬਣਾਉਣੇ ਆ, ਸੋ ਉਹਦੇ ਵਿੱਚ ਹੁੰਦਾ ਕਿ ਤੁਸੀਂ 2 ਤੋਂ ਜ਼ਿਆਦਾ ਮਸ਼ੀਨਾਂ ਹੁੰਦੀਆਂ ਤੁਹਾਡੇ ਕੋਲੇ, ਹੈ ਨਾ। ਹੁਣ ਜੇ ਤੁਸੀਂ ਇੱਕ ਚੱਕੀ ਲਾਈ ਆ, ਇੱਕ ਗ੍ਰਾਈਂਡਰ ਲਾ ਲਿਆ ਮਸਾਲਿਆਂ ਦਾ, ਇੱਕ ਆਇਲ ਐਕਸਪੈਲਰ, ਜਦੋਂ ਤੁਸੀਂ ਆਇਲ ਐਕਸਪੈਲਰ ਲਾ ਲਿਆ, ਮਤਲਬ ਤੁਹਾਡੇ ਪਿੰਡ ਦੇ ਵਿੱਚ ਉਹਦਾ ਪ੍ਰੋਡਕਸ਼ਨ ਹੋਣਾ ਚਾਹੀਦਾ। ਜੇ ਨਹੀਂ ਹੋਰ ਕੋਈ ਕਰ ਰਿਹਾ ਤਾਂ ਤੁਸੀਂ ਆਪ ਕਰੋਗੇ, ਤਾਂ ਉੱਥੇ ਸਾਡਾ ਕ੍ਰੌਪ ਰੋਟੇਸ਼ਨ ਵਾਲਾ ਜਿਹੜਾ ਆਬਜੈਕਟਿਵ ਹੁੰਦਾ ਫੁੱਲਫਿਲ ਹੋ ਜਾਂਦਾ। ਅੱਛਾ ਮੈਡਮ ਜੀ, ਇੱਕ ਮੈਨੂੰ ਦੇਖੋ ਮਨ 'ਚ ਇੱਕ ਸਵਾਲ ਇਹ ਆਉਂਦਾ ਕਿ ਅੱਜ ਤੁਸੀਂ ਆਪ ਹੀ ਸ਼ੁਰੂਆਤ ਵਿੱਚ ਫਰਮਾਇਆ ਜੀ ਕਿ ਨੌਜਵਾਨ ਬਾਹਰ ਜਾਣ ਡੇ ਆ, ਬਿਲਕੁਲ, ਰੁਜ਼ਗਾਰ ਦੇ ਵਸੀਲੇ ਘਟਣ ਡੇ ਆ, ਨੌਕਰੀਆਂ ਵੀ ਇੰਨੀਆਂ ਜ਼ਿਆਦਾ ਰਹੀਆਂ ਨਹੀਂ। ਸੋ ਉਹਨਾਂ ਹਾਲਤਾਂ 'ਚ ਨੌਜਵਾਨਾਂ 'ਚ ਤੁਸੀਂ ਕੀ ਸਮਝਦੇ ਹੋ ਕਿ ਕਿੰਨਾ ਕੁ ਉਤਸ਼ਾਹ ਹੋਣਾ ਚਾਹੀਦਾ ਹੈ, ਕਿੰਨੇ ਕੁ ਅੱਗੇ ਆਉਣ? ਕਿਉਂਕਿ ਨੌਜਵਾਨ ਨੇ ਸਮਝਣਾ ਕਿ ਜੇ ਉਹ ਅੱਗੇ ਆ ਜਾਣ ਤੇ ਇਹ ਜਿਹੜਾ ਆਪਾਂ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਜਿਹੜਾ ਟੀਚਾ ਹੈ ਇਹ ਪ੍ਰਾਪਤ ਕੀਤਾ ਜਾ ਸਕਦਾ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਬਿਲਕੁਲ। ਨੌਜਵਾਨ ਅੱਜ ਕੱਲ੍ਹ ਜਿਵੇਂ PAU ਦੇ ਵਿੱਚ ਯੰਗ ਫਾਰਮਰਸ ਟ੍ਰੇਨਿੰਗ ਹੁੰਦੀਆਂ, ਅੱਛਾ, ਮਤਲਬ ਨੌਜਵਾਨਾਂ ਨੂੰ ਟ੍ਰੇਨ ਕੀਤਾ ਜਾਂਦਾ ਵੱਖ-ਵੱਖ ਪੱਖ ਦੇ ਨਾਲ, ਮਤਲਬ ਪ੍ਰੋਸੈਸਿੰਗ ਦਾ ਹੋ ਗਿਆ, ਐਂਟਮੋਲੋਜੀ, ਹੋਰ ਬਾਕੀ ਸਾਰੇ ਡਿਪਾਰਟਮੈਂਟਸ ਦੇ ਹਿਸਾਬ ਦੇ ਨਾਲ।
ਸੋ ਅੱਜ ਕੱਲ ਨੌਜਵਾਨ ਆ ਵੀ ਰਹੇ ਆ। ਬਾਕੀ ਜਿਵੇਂ ਇਹਨਾਂ ਨੇ ਗੱਲ ਕੀਤੀ ਸੀ ਕਿ ਨੌਜਵਾਨ ਵਾਪਸ ਵੀ ਆ ਰਹੇ ਆ, ਵਾਪਸ ਪਰਤ ਰਹੇ ਆ, ਉਹ ਪਰਤ ਕੇ ਉਹ ਫਿਰ ਇਹ ਟੈਕਨੀਕਸ ਅਪਣਾ ਰਹੇ ਆ। ਸੋ ਇਸ ਟਾਈਮ ਤੇ ਹਾਲਾਂਕਿ ਜਿਹੜੇ 12ਵੀਂ ਤੋਂ ਬਾਅਦ ਵਾਲਾ ਆਪਣਾ 12ਵੀਂ ਕਲਾਸ ਤੋਂ ਬਾਅਦ ਵਾਲਾ ਜਿਹੜਾ ਲੋਟ ਬਾਹਰ ਜਾ ਰਿਹਾ ਉਹ ਜਾ ਰਿਹਾ, ਬਟ ਜਿਹੜੇ ਇੱਥੇ ਹੈਗੇ ਨੇ ਆਲਰੇਡੀ, ਸੋ ਈਵਨ ਅਸੀਂ ਆਪਦੇ ਸਟੂਡੈਂਟਸ ਨੂੰ ਐਨਕਰੇਜ ਕਰਦੇ ਹੁੰਦੇ ਹਾਂ ਕਿ ਆਪਦਾ ਬਿਜ਼ਨਸ ਸ਼ੁਰੂ ਕਰੋ, ਆਪਦਾ ਸਟਾਰਟਅਪ ਲਾਓ। ਸੋ ਆਪਦੀ ਪ੍ਰੋਸੈਸਿੰਗ ਯੂਨਿਟਸ ਅਗਰ ਤੁਹਾਡੇ ਕੋਲ ਜ਼ਮੀਨ ਹੈਗੀ ਹੈ ਤਾਂ ਤੁਸੀਂ ਆਪਦੇ ਖੇਤਾਂ ਦੇ ਵਿੱਚ ਕਰਕੇ, ਸੋ ਉਹਦੀ ਆਪਦੀ ਹੀ ਫਸਲਾਂ ਦੇ ਤੁਸੀਂ ਮੁੱਲ ਵਾਧਾ ਕਰਕੇ ਪ੍ਰੋਡਕਟ ਬਣਾ ਕੇ ਫਿਰ ਵੇਚੋ। ਕਿਉਂਕਿ ਅੱਜ ਕੱਲ੍ਹ ਹਰ ਕਿਸੇ ਬੰਦੇ ਨੂੰ ਈਵਨ ਜਿਹੜੇ ਐਕਸਪੋਰਟ ਬਹੁਤ ਹੁੰਦਾ, ਹੁਣ ਜਿਵੇਂ ਆਪਾਂ ਗੁੜ ਦੀ ਗੱਲ ਕਰੀਏ, ਆਟੇ ਦੀ, ਮਸਾਲਿਆਂ ਦੀ ਗੱਲ ਕਰੀਏ, ਤੇਲ ਦੀ ਗੱਲ ਕਰੀਏ, ਸੋ APCਆਂ ਤੋਂ ਤੁਸੀਂ ਐਕਸਪੋਰਟ ਵੀ ਕਰ ਸਕਦੇ ਹੋ। ਉਹਦੇ ਲਈ ਜਿਹੜੇ ਵੀ ਗੁੱਡ ਪ੍ਰੈਕਟਿਸਿਸ ਹੁੰਦੀਆਂ ਜਾਂ ਫਿਰ ਜਿਹੜੀਆਂ ਵੀ HACCP ਕਹਿ ਦਿੰਦੇ ਅਸੀਂ, ਹਜ਼ਾਰਡ ਐਨਾਲਿਸਿਸ, ਮਤਲਬ ਤੁਸੀਂ ਹਾਈਜੀਨਿਕ ਤਰੀਕੇ ਨਾਲ ਕਿਵੇਂ ਪ੍ਰੋਸੈਸ ਕਰਨਾ, ਕਿਉਂਕਿ ਖਾਣ ਵਾਲੀਆਂ ਚੀਜ਼ਾਂ ਨੇ। ਸੋ ਉਹਨਾਂ ਸਾਰੀਆਂ ਚੀਜ਼ਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਯੂਨੀਵਰਸਿਟੀ ਦੇ ਵਿੱਚ ਕਿ ਤੁਸੀਂ ਕਿਵੇਂ ਗੁੱਡ ਕੁਆਲਿਟੀ ਪ੍ਰੋਡਕਟ, ਮਤਲਬ ਬਹੁਤ ਵਧੀਆ ਕੁਆਲਿਟੀ ਦਾ ਪ੍ਰੋਡਕਟ ਬਣਾ ਸਕਦੇ ਹੋ, ਹੈ ਨਾ। ਸੋ ਇਹ ਆਪਾਂ ਨੂੰ ਬੇਸਿਕਲੀ, ਹੁਣ ਜਿਵੇਂ ਅਸੀਂ ਕਹਿੰਦੇ ਹੁੰਦੇ ਆ, ਮੈਂ ਜਿਵੇਂ ਪਿੰਡ ਨੂੰ ਬਿਲੋਂਗ ਕਰਦੀ ਹਾਂ, ਤਾਂ ਸਾਡੇ ਪਿੰਡਾਂ 'ਚ ਕਿਹਾ ਜਾਂਦਾ ਕਿ 50-50 ਕਿੱਲਿਆਂ ਵਾਲੇ ਮਾਲਕ ਜਦੋਂ ਸਰੋਂ ਦੇ ਤੇਲ ਦੀ ਬੋਤਲ ਦੁਕਾਨ ਤੋਂ ਖਰੀਦਦੇ ਆ, ਸੋ ਉਦੋਂ ਹਾਸਾ ਆਉਂਦਾ, ਸੱਚੀ ਹਾਸਾ ਆਉਂਦਾ। ਜਾਂ ਫਿਰ ਫਾਰਮ ਕਿਸਾਨ ਜਦੋਂ 50-50 ਕਿੱਲੇ ਜ਼ਮੀਨ ਆ ਤੇ ਕੱਦੂ 50 ਰੁਪਏ ਕਿਲੋ ਖਰੀਦਦੇ ਹੋਣ, ਹੈ ਨਾ, ਤਰਸ ਵੀ ਆਉਂਦਾ, ਤਰਸ ਵੀ ਆਉਂਦਾ, ਬਿਲਕੁਲ। ਸੋ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ, ਇੱਕ ਤਾਂ ਉਹ ਥੋੜੀ ਜਿਹੀ ਜ਼ਿਆਦਾ ਅਵੇਅਰ ਸਿਹਤ ਪੱਖੋਂ ਹੋਈ ਆ। ਮੈਨੂੰ ਲੱਗਦਾ ਜਦੋਂ ਤੁਸੀਂ ਕਿਸੇ ਦੇ ਅੰਡਰ ਨਹੀਂ ਕੰਮ ਕਰ ਸਕਦੇ ਹੁੰਦੇ, ਸੋ ਇਹ ਇੱਕ ਨੌਜਵਾਨ ਪੀੜ੍ਹੀ ਲਈ ਮੋਟੀਵੇਸ਼ਨ ਆ ਕਿ ਅਸੀਂ ਆਪ ਦਾ ਕੰਮ ਸ਼ੁਰੂ ਕਰਨਾ, ਤਾਂ ਉਹ ਟ੍ਰੇਨਿੰਗ ਲੈਣ ਆਉਂਦੇ ਵੀ। ਹਾਂਜੀ। ਅੱਛਾ ਡਾਕਟਰ ਸਾਹਿਬ, ਆ ਟ੍ਰੇਨਿੰਗ ਦੀ ਤੁਸੀਂ ਗੱਲ ਕੀਤੀ ਆ, ਹਾਂਜੀ। ਇਹ ਟ੍ਰੇਨਿੰਗ ਯੂਨੀਵਰਸਿਟੀ 'ਚ ਤੁਸੀਂ ਜਿਹੜਾ ਇਹ ਦਿੰਦੇ ਹੋ, ਇਹਦਾ ਇਹ ਦੱਸੋ ਵੀ ਇਹਦਾ ਕੋਈ ਖਾਸ ਸਮਾਂ ਨਿਸ਼ਚਿਤ ਕੀਤਾ ਹੋਇਆ ਤੁਸੀਂ? ਸਾਡੇ ਜਿਹੜੇ ਵੀ ਨੌਜਵਾਨ ਜਾਂ ਕਿਸਾਨ ਵੀਰ ਬੀਬੀਆਂ ਭੈਣਾਂ ਤੁਹਾਡੇ ਕੋਲ ਆਉਣ, ਹਾਂਜੀ, ਸਾਰਿਆਂ ਨੂੰ ਟ੍ਰੇਨਿੰਗ ਦਿੰਦੇ ਹੋ? ਕੋਈ ਉਮਰ ਦੀ ਹੱਦ ਨਹੀਂ, ਜਾਂ ਫਿਰ ਇਹਦੀ ਕੋਈ ਫੀਸ ਵੀ ਲੱਗਦੀ ਹੈ? ਹਾਂਜੀ। ਸੋ ਜਿਹੜੀਆਂ ਵੀ ਟ੍ਰੇਨਿੰਗ ਹੁੰਦੀਆਂ, ਸਮਾਂ ਫਿਕਸ ਨਹੀਂ ਹੁੰਦਾ। ਜਦੋਂ ਸਾਨੂੰ ਫਾਰਮਰਸ ਅਪਰੋਚ ਕਰਦੇ ਆ ਤਾਂ ਸਕਿੱਲ ਡਿਵੈਲਪਮੈਂਟ ਸੈਂਟਰ ਹੁਣ ਅੱਡ ਤੋਂ ਹੀ ਬਣਾਤਾ PAU ਦੇ ਵਿੱਚ। ਸੋ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਸਾਈਟ ਤੇ ਉਹ ਜਦੋਂ ਉਹਨਾਂ ਕੋਲੇ 15-20 ਫਾਰਮਰਸ ਆ ਜਾਂਦੇ ਵੀ ਸਾਨੂੰ ਟ੍ਰੇਨਿੰਗ ਚਾਹੀਦੀ ਆ, ਫਿਰ ਉਸ ਸਬਜੈਕਟ ਤੇ ਉਹ ਟ੍ਰੇਨਿੰਗ ਡਿਸਾਈਡ ਕਰ ਦਿੰਦੇ ਆ। ਮਾਰ ਯੂਨੀਵਰਸਿਟੀ ਦੇ ਵਿੱਚ ਹੁੰਦੀ ਆ ਤੇ ਉੱਥੋਂ ਉਹ ਆਪਦਾ ਮਤਲਬ ਇਸ ਟ੍ਰੇਨਿੰਗ ਦਾ ਉਹਨਾਂ ਨੂੰ ਸਰਟੀਫਿਕੇਟ ਮਿਲਦਾ। ਸੋ ਵਿੱਚ ਜੇ ਮਾਰਕੀਟਿੰਗ ਦਾ ਇਸ਼ੂ ਆ ਰਿਹਾ ਸੀ, ਜਿਵੇਂ ਫਾਰਮਰਸ ਟ੍ਰੇਨਿੰਗ ਲੈ ਲਿਆ, ਪ੍ਰੋਡਿਊਸ ਬਣਾ ਲਿਆ ਤੇ ਪ੍ਰੋਡਕਟਸ ਵੇਚਣ ਕਿੱਥੇ, ਹੈ ਨਾ। ਸੋ ਜਦੋਂ ਉਹ ਟ੍ਰੇਨਿੰਗ ਲੈਣ ਆਉਂਦੇ ਆ, ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ। ਸੋ ਉਹ ਸਰਟੀਫਿਕੇਟ ਉਹਨਾਂ ਦਾ ਹਰੇਕ ਥਾਂ ਤੇ ਕੰਮ ਆਉਂਦਾ ਤੇ ਇਹਦਾ ਨਿਸ਼ਚਿਤ ਸਮਾਂ ਨਹੀਂ ਹੁੰਦਾ। ਮਤਲਬ ਉੱਥੇ ਹੋ ਸਕਦਾ ਇੱਕ, ਮਤਲਬ ਜਿਵੇਂ ਹੁਣੇ ਆ ਗਿਆ ਝੋਨੇ ਦਾ ਆ ਗਿਆ ਜਾਂ ਦਾਲਾਂ ਦਾ ਆ ਗਿਆ, ਦਾਲਾਂ ਨੂੰ ਕਿਵੇਂ ਕਲੀਨਿੰਗ ਕਰਨੀ, ਕਿਵੇਂ ਗ੍ਰੇਡਿੰਗ ਕਰਨੀ ਆ, ਜਾਂ ਹਲਦੀ ਦਾ ਜਿਵੇਂ ਚੱਲ ਰਿਹਾ। ਸੋ ਹਲਦੀ ਦੀਆਂ ਪ੍ਰੋਸੈਸਿੰਗ ਦੀਆਂ ਟ੍ਰੇਨਿੰਗਸ ਜਿਹੜੀਆਂ ਹੈਗੀਆਂ ਹੁਣ ਚੱਲਣਗੀਆਂ, ਕਿਉਂਕਿ ਹੁਣੇ ਹਾਰਵੈਸਟ ਕੀਤੀ ਆ, ਹੁਣ ਉਹਨੂੰ ਪ੍ਰੋਸੈਸ ਕਰਨਾ। ਸੋ ਜਿਵੇਂ ਅਪਰੋਚ ਕਰਦੇ ਉਹਦੇ ਹਿਸਾਬ ਨਾਲ ਇੱਕ ਟਾਈਮਲਾਈਨ ਬਣਾ ਲਈ ਜਾਂਦੀ ਆ, ਫਿਰ ਉਹਦੇ ਹਿਸਾਬ ਨਾਲ ਉੱਥੇ ਪਲਾਨ ਕਰਕੇ ਤੇ ਉੱਥੇ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਹੈ। ਤੇ ਫੀਸ ਦਾ ਵੀ ਉੱਥੇ ਨਾਲ ਹੀ ਦੱਸਿਆ ਹੁੰਦਾ, ਜ਼ਿਆਦਾ ਜੇ ਅਬਲੀ ਤਾਂ ਹੁੰਦੀ ਨਹੀਂ, ਜੇ ਹੁੰਦੀ ਵੀ ਹੈ ਤਾਂ ਬਹੁਤ ਥੋੜੀ ਫੀਸ ਹੁੰਦੀ ਹੈ ਉਹਨਾਂ ਦੀ। ਹਾਂਜੀ, ਉਮਰ ਦੀ ਕੋਈ ਹੱਦ ਵੀ ਨਹੀਂ ਹੈ। ਉਮਰ ਦੀ ਕੋਈ ਹੱਦ। ਸੋ ਇਹ ਸਿਖਲਾਈ ਜਿਹੜੀ ਹੈ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਖੇ ਜਾ ਕੇ, ਹਾਂਜੀ, ਉੱਥੇ ਜਾ ਕੇ ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਹੀ ਹੁੰਦੀ ਹੈ? ਨਹੀਂ, ਕ੍ਰਿਸ਼ੀ ਵਿਗਿਆਨ ਕੇਂਦਰਾਂ 'ਚ ਟ੍ਰੇਨਿੰਗ ਹੁੰਦੀ ਆ, ਬਟ ਉਹ ਲੰਮੇ ਸਮੇਂ ਦੀ ਨਹੀਂ ਮੈਨੂੰ ਲੱਗਦਾ ਹੁੰਦੀ। ਜਿਵੇਂ ਸਕਿੱਲ ਡਿਵੈਲਪਮੈਂਟ ਸੈਂਟਰ ਇੱਕੋ ਹੀ ਬਣਾਤਾ ਯੂਨੀਵਰਸਿਟੀ ਦਾ ਸੈਂਟਰ ਕਿ ਉੱਥੇ ਟ੍ਰੇਨਿੰਗ ਸਾਰੀਆਂ ਉੱਥੇ ਟ੍ਰੇਨਿੰਗਸ ਹੁੰਦੀਆਂ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ, ਚੀਜ਼ਾਂ ਤੁਸੀਂ ਬਹੁਤ ਗਨਾਤੀਆਂ ਸਾਨੂੰ, ਹਾਂਜੀ, ਹੈ ਨਾ, ਵੀ ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਹੈ ਨਾ, ਫਲਾਣੀ ਚੀਜ਼ ਵੀ ਪ੍ਰੋਸੈਸ ਹੋ ਸਕਦੀ ਆ। ਇਹ ਅਸੀਂ ਚੀਜ਼ਾਂ ਜਿਹੜੀਆਂ ਨੇ ਬਣਾ ਲਈਆਂ, ਹਾਂਜੀ, ਹੈ ਨਾ, ਸਾਰਾ ਕੁਝ ਕਰ ਲਿਆ, ਕਿੱਥੇ ਜਾ ਕੇ ਵੇਚਣੀਆਂ ਅਸੀਂ? ਹਾਂਜੀ, ਇੱਕ ਤੇ ਇਹ, ਹਾਂਜੀ, ਦੂਜਾ ਵੀ ਕੋਈ ਇਹਦੇ ਲਈ ਲਾਇਸੈਂਸ ਲੈਣਾ ਪੈਂਦਾ ਬਾਹਰ ਘੱਲਣ ਲਈ, ਤੇ ਉਹ ਕਿੱਥੋਂ ਲੈਣਾ ਪੈਂਦਾ? ਹਾਂਜੀ, ਇਸ ਦੀ ਵੀ ਟ੍ਰੇਨਿੰਗ ਹੁੰਦੀ ਹੈ, ਲਾਇਸੈਂਸਿੰਗ ਦੀ ਤੇ ਲੇਬਲਿੰਗ ਦੀ ਅੱਡ ਟ੍ਰੇਨਿੰਗ ਹੁੰਦੀ ਹੈ ਕਿ ਤੁਸੀਂ ਆਪਦਾ ਪ੍ਰੋਡਕਟ ਬਣਾ ਲਿਆ, ਜਿਵੇਂ ਆਟਾ ਬਣਾ ਲਿਆ, ਹੁਣ ਆਟੇ ਨੂੰ ਤੁਸੀਂ ਲੇਬਲ ਕਰਨਾ। ਆਪਾਂ ਨੂੰ ਜਿਹੜੀਆਂ ਵੀ ਮਾਰਕੀਟ ਚੀਜ਼ਾਂ ਮਿਲਦੀਆਂ, ਪੈਕੇਜਿੰਗ ਦੇ ਉੱਤੇ ਲੇਬਲ ਲੱਗੀ ਹੁੰਦੀ ਹੈ ਕਿ ਆਹ ਨਾ ਹੈ ਇਸ ਚੀਜ਼ ਦਾ, ਤੇ ਉਹਦੇ ਵਿੱਚ ਕੀ ਕੀ ਹੈਗਾ। ਔਰ ਕੁਛ ਕੁ ਐਲਰਜਨਸ ਹੁੰਦੇ ਆ, ਜਿਵੇਂ ਜਿਹੜੀਆਂ ਚੀਜ਼ਾਂ ਤੋਂ ਆਮ ਬੰਦਿਆਂ ਨੂੰ ਐਲਰਜੀ ਹੁੰਦੀ ਆ, ਉਹ ਲਿਖਣਾ ਹੁੰਦਾ ਕਿ ਇਹਦੇ 'ਚ ਅਸੀਂ ਆਹ ਚੀਜ਼ ਨਹੀਂ ਪਾਈ, ਜਾਂ ਤੁਸੀਂ ਰॉ ਮਟੀਰੀਅਲ ਯੂਜ਼ ਕਰਕੇ ਇਹਦੇ 'ਚ ਕੋਈ ਅਡਲਟਰੈਂਟ ਨਹੀਂ ਪਾਇਆ, ਸਿੱਧਾ ਪ੍ਰੋਡਕਟ ਹੈ ਇਹ। ਉਹ ਲੇਬਲਿੰਗ ਦੇ ਵਿੱਚ ਤੁਸੀਂ ਕੰਪੋਜੀਸ਼ਨ ਦੇਣੀ ਹੁੰਦੀ ਆ ਕਿ ਇਹਦੀ ਜਿਵੇਂ ਕੁਆਂਟੀਟੀ ਹੁੰਦੀ ਆ, ਉਹਦੇ 'ਚ ਕੀ 1 ਕਿਲੋ ਦਾ ਪੈਕੇਟ ਹੈ ਜਾਂ ਇਹ ਆ। ਸੋ ਉਹਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਔਰ ਲਾਇਸੈਂਸਿੰਗ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਫਾਰਮ ਭਰਨਾ ਵੀ ਸਿਖਾਇਆ ਜਾਂਦਾ ਕਿ ਤੁਸੀਂ ਲਾਇਸੈਂਸ ਵਾਲਾ ਜਿਹੜਾ ਫਾਰਮ ਭਰਨਾ ਉਹ ਕਿਵੇਂ ਭਰਨਾ। ਤੇ ਬਾਕੀ ਜਿਵੇਂ ਆਪਾਂ ਮਾਰਕੀਟਿੰਗ ਦੀ ਕਿ ਆਪਾਂ ਵੇਚੀਏ ਕਿੱਥੇ ਜਾ ਕੇ, ਅੱਜ ਕੱਲ ਤਾਂ APC ਤੋਂ ਦੇ ਕੋਲੇ ਬਚਦਾ ਕੁਛ ਨਹੀਂ, ਕਿਉਂਕਿ ਡਿਮਾਂਡ ਬਹੁਤ ਆ,
ਹਨਾ। ਪੀਏਯੂ ਅਰਾਊਂਡ ਸਾਡਾ ਡਿਪਾਰਟਮੈਂਟ 300 ਏਪੀਸੀ ਲਾ ਚੁੱਕਿਆ ਪੰਜਾਬ ਦੇ ਵਿੱਚ। ਅੱਛਾ ਜੀ। ਔਰ ਬਹੁਤ ਵਧੀਆ ਚੱਲ ਰਹੇ ਨੇ, ਔਰ ਉਹਨਾਂ ਦੇ ਕੋਲੋਂ ਪ੍ਰੋਡਕਟ ਜਿਹੜਾ ਹੈਗਾ ਅਸੀਂ ਕਦੇ ਨਹੀਂ ਸੁਣਿਆ ਅੱਜ ਤੱਕ ਕਿ ਉਹਨਾਂ ਕੋਲੇ ਬਚਿਆ ਪਿਆ। ਆਲਰੇਡੀ ਡਿਮਾਂਡ ਆ ਜਾਂਦੀ ਆ ਕਿ ਸਾਨੂੰ ਇੰਨੇ ਕਿਲੋ ਆ ਚਾਹੀਦਾ, ਇੰਨੇ ਕਿਲੋ ਆ ਚਾਹੀਦਾ, ਜਦੋਂ ਤੁਹਾਡੇ ਕੋਲੇ ਬਣ ਗਿਆ ਸਾਨੂੰ ਦੱਸਿਓ, ਹੈ ਨਾ। ਕਿਉਂਕਿ ਅੱਜ ਕੱਲ ਅਵੇਅਰਨੈਸ ਇਹ ਆ ਕਿ ਤੁਹਾਨੂੰ ਰॉ ਚੀਜ਼ ਚਾਹੀਦੀ, ਔਰ ਸਾਰੇ ਸ਼ਹਿਰਾਂ ਵਾਲੇ ਵੀ ਪਿੰਡਾਂ 'ਚ ਜਾ ਕੇ ਕਿਸਾਨਾਂ ਤੋਂ ਡਾਇਰੈਕਟਲੀ ਖਰੀਦਦੇ ਆ ਬਾਜ਼ਾਰਾਂ ਦੀ ਬਜਾਏ, ਕਿਉਂਕਿ ਮਿਲਾਵਟ ਬਹੁਤ ਹੁੰਦੀ ਹੈ ਨਾ। ਸੋ ਉਸ ਤੋਂ ਇਲਾਵਾ ਇਹ ਆ ਕਿ ਤੁਸੀਂ ਜਦੋਂ ਟ੍ਰੇਨਿੰਗ ਲੈਣ ਆਉਂਦੇ ਹੋ ਉਦੋਂ ਤੁਹਾਨੂੰ ਮਾਰਕੀਟਿੰਗ ਸਕਿੱਲ ਸਿਖਾਏ ਜਾਂਦੇ ਕਿ ਤੁਸੀਂ ਕਿਵੇਂ ਵੇਚਣੀ ਹੈ ਚੀਜ਼, ਜਾਂ ਤੁਸੀਂ ਆਪਦੇ ਗਰੁੱਪ ਆਫ ਕੰਜ਼ਿਊਮਰਸ ਕਿਵੇਂ ਬਣਾਉਣੇ ਆ। ਮਤਲਬ ਅੱਜ ਕੱਲ ਆਨਲਾਈਨ ਹੀ ਚੱਲਦਾ ਸਾਰਾ ਕੁਝ, ਤੁਸੀਂ ਆਨਲਾਈਨ ਪਾ ਦਿਓ, ਤੁਹਾਡੀਆਂ ਚੀਜ਼ਾਂ ਜਗ੍ਹਾ ਥਾਂ ਤੇ ਵਿਕ ਜਾਣਗੀਆਂ। ਦੂਜਾ ਇੱਕ ਬਹੁਤ ਸੋਹਣਾ ਤਰੀਕਾ ਪੰਜਾਬ 'ਚ ਜੋ ਅੱਜ ਕੱਲ ਚੱਲ ਰਿਹਾ ਉਹ ਹੈਗਾ ਕਿਸਾਨ ਹੱਟ ਦਾ। ਪਿੰਡਾਂ ਦੇ ਬਾਹਰ ਕਿਸਾਨ ਹੱਟ ਬਣੀਆਂ ਹੋਈਆਂ, ਜਿਨ੍ਹਾਂ ਨੂੰ ਹਾਈਵੇ ਲੱਗਦਾ ਉਹ ਹਾਈਵੇ ਤੇ ਜਾ ਕੇ ਬਣਾ ਲੈਂਦੇ ਤਾਂ ਕਿ ਆਉਂਦੇ ਜਾਂਦੇ ਰਾਹੀਂ ਨੂੰ ਉੱਥੋਂ ਚੀਜ਼ ਲੈਣੀ ਸੌਖੀ ਹੁੰਦੀ ਹੈ। ਤੇ ਜਾਂ ਫਿਰ ਪਿੰਡਾਂ ਦੇ ਵਿੱਚੋਂ ਸਮਾਨ ਪਹੁੰਚਾਇਆ ਜਾਂਦਾ ਹੈ ਜਿਹੜੇ ਸੁਪਰ ਮਾਰਕੀਟਸ ਹੈਗੇ ਆ ਸ਼ਹਿਰਾਂ ਦੇ ਵਿੱਚ। ਕੀ ਬਾਤ। ਹਾਂਜੀ ਮੈਡਮ ਜੀ, ਇੱਕ ਗੱਲ ਮੇਰੇ ਜ਼ਿਹਨ 'ਚ ਇਹ ਆਉਂਦੀ ਹੈ ਕਿ ਜਦੋਂ ਅਸੀਂ ਸਿਖਲਾਈ ਲੈ ਲਈ ਔਰ ਨਾਲ ਮੰਡੀਕਾਰੀ ਬਾਰੇ ਵੀ ਉਪਰਾਲੇ ਹੋ ਗਏ, ਔਰ ਮੈਂ ਸਮਝਦਾ ਕਿ ਜਿੱਥੇ ਚਾਹ ਉੱਥੇ ਰਾਹ, ਜਦੋਂ ਅਸੀਂ ਕੰਮ ਕਰਨੇ ਆ ਤੇ ਆਪਾਂ ਆਟੋਮੈਟਿਕਲੀ ਮੰਡੀਕਾਰੀ ਜਿਹੜੀ ਹੈ ਮਜ਼ਬੂਤ ਹੋ ਜਾਂਦੀ ਹੈ। ਅੱਛਾ, ਹੁਣ ਪਰਿਵਾਰ ਨੂੰ ਵੀ ਸ਼ਾਮਲ ਕਰਨਾ ਜ਼ਰੂਰੀ ਹੈ। ਦੇਖੋ ਇਕੱਲੇ ਬੰਦੇ ਦਾ ਕੰਮ ਨਹੀਂ, ਆਪਾਂ ਨੂੰ ਲੇਬਰ ਵੀ ਚਾਹੀਦੀ ਹੋਏਗੀ, ਹੁਣ ਲੇਬਰ ਨੂੰ ਵੀ ਸਿਖਲਾਈ ਦੇਣੀ ਚਾਹੀਦੀ ਹੈ ਨਾ। ਤੇ ਪਰਿਵਾਰ ਦੇਖੋ, ਮੈਂ ਇਕੱਲਾ ਜਾ ਕੇ ਸਿਖਲਾਈ ਲੈ ਆਵਾਂ ਤੇ ਮੇਰੇ ਪਰਿਵਾਰ ਨੂੰ ਵੀ ਮੈਂ ਸ਼ਾਮਲ ਕਰਨਾ, ਜਾਂ ਸਵੈ ਸਹਾਇਤਾ ਸਮੂਹ ਵੀ ਬਣ ਸਕਦੇ ਨੇ। ਅਜਿਹੀਆਂ ਸੋਚਾਂ ਵੀ ਤੁਸੀਂ ਦੱਸਦੇ ਹੋ ਜਾਂ ਕਿਵੇਂ ਤੁਸੀਂ ਇਹਨੂੰ ਨਿਖਾਰਦੇ ਹੋ? ਬਿਲਕੁਲ। ਸੋ ਏਪੀਸੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ, ਜਿਵੇਂ ਮੈਂ ਕਿਹਾ ਕਿ ਦੋ ਜਾਂ ਦੋ ਤੋਂ ਜ਼ਿਆਦਾ ਮਸ਼ੀਨਾਂ, ਇੱਕ ਮਸ਼ੀਨ ਇੱਕ ਬੰਦਾ ਚਲਾ ਸਕਦਾ, ਬਟ ਉਹਦੇ ਵਿੱਚ ਫੀਡ ਪਾਉਣਾ, ਫਿਰ ਐਂਡ ਪ੍ਰੋਡਕਟ ਨੂੰ ਤੁਸੀਂ ਪੈਕ ਕਰਨਾ। ਸੋ ਇਹਦੇ ਵਿੱਚ ਤੁਹਾਨੂੰ ਬੰਦੇ ਚਾਹੀਦੇ ਨੇ, ਮੈਨ ਪਾਵਰ ਤੁਹਾਨੂੰ ਚਾਹੀਦੀ ਆ। ਸੋ ਇਹਦੇ ਵਿੱਚ ਜਦੋਂ ਟ੍ਰੇਨਿੰਗ ਲੈਣ ਆਉਂਦੇ ਹੋ, ਜਿਹੜੀ ਸਿੱਖਿਆ ਤੁਸੀਂ ਲੈ ਕੇ ਗਏ ਹੋ ਜਾਂ ਤਾਂ ਤੁਸੀਂ ਆਪ ਦੇ ਦਿਓ ਜਾਂ ਫਿਰ ਅਗਲੇ ਗਰੁੱਪ ਦੇ ਵਿੱਚ ਦੂਜੇ ਬੰਦਿਆਂ ਨੂੰ ਭੇਜ ਦਿਓ। ਸੋ ਜਿਹੜਾ ਆਪਣਾ ਏਪੀਸੀ ਆ, ਇਹਦੇ ਵਿੱਚ ਕੀ ਹੁੰਦਾ, ਤੁਹਾਡਾ ਪੂਰਾ ਦਾ ਪੂਰਾ ਪਰਿਵਾਰ ਇਨਵੋਲਵ ਹੁੰਦਾ। ਇਵਨ ਕਈ ਏਪੀਸੀ 'ਚ ਅਸੀਂ ਦੇਖਿਆ ਜਵਾਕ ਤੱਕ ਪੈਕੇਜਿੰਗ ਦੇ ਵਿੱਚ, ਲੇਬਲਿੰਗ ਦੇ, ਕਿਉਂਕਿ ਸਟਿੱਕਰ ਹੀ ਲਾਉਣੇ ਹੁੰਦੇ ਆ, ਉਹ ਰਾਤ ਨੂੰ ਬੈਠ ਕੇ ਸਟਿੱਕਰ ਲਾ ਰਹੇ ਹੁੰਦੇ ਆ, ਹੈ ਨਾ। ਲੇਡੀਜ਼ ਸਾਰੀਆਂ ਇਨਵੋਲਵ ਹੁੰਦੀਆਂ, ਕਿਉਂਕਿ ਫੂਡ ਪ੍ਰੋਸੈਸਿੰਗ, ਐਗਰੋ ਪ੍ਰੋਸੈਸਿੰਗ ਸਾਰਾ ਖੇਤੀਬਾੜੀ ਵਾਲਾ ਕੰਮ। ਸੋ ਤੁਹਾਡਾ ਸਾਰਾ ਦਾ ਸਾਰਾ ਟੱਬਰ ਕੰਮ ਲੱਗਿਆ ਹੁੰਦਾ ਇਸ ਦੇ ਵਿੱਚ। ਸੋ ਉਹ ਇੱਕ ਮੈਨੂੰ ਲੱਗਦਾ ਹੁੰਦਾ ਬਹੁਤ ਸੋਹਣੀ ਚੀਜ਼ ਵੀ ਆ, ਕਿਉਂਕਿ ਅੱਜ ਕੱਲ ਵੈਸੇ ਤਾਂ ਬੈਠਣ ਦਾ ਇਕੱਠਿਆਂ ਟਾਈਮ ਨਹੀਂ ਮਿਲਦਾ। ਸੋ ਐਸੇ ਹਿਸਾਬ ਨਾਲ ਤੁਸੀਂ ਇਕੱਠੇ ਰਹਿ ਵੀ ਸਕਦੇ ਹੋ, ਔਰ ਬਾਕੀ ਰੋਜ਼ਗਾਰ ਇਹਦੇ ਵਿੱਚ ਹੈਗਾ ਕਿ ਤੁਹਾਨੂੰ ਜੇ 5 ਬੰਦੇ ਚਾਹੀਦੇ ਤਾਂ ਤੁਸੀਂ 5 ਬੰਦਿਆਂ ਨੂੰ ਰੋਜ਼ਗਾਰ ਦੇ ਰਹੇ ਹੋ। ਅੱਛਾ ਡਾਕਟਰ ਸਾਹਿਬ, ਅਸੀਂ ਗਾਹੇ ਬਗਾਹੇ ਜਿਵੇਂ ਤੁਸੀਂ ਗੱਲਾਂ ਦੱਸੀਆਂ ਵਾ, ਆਪਣੇ ਨੌਜਵਾਨ ਜਿਹੜੇ ਸਾਡੇ ਕਿਸਾਨ ਹੈਗੇ ਨੇ ਜਾਂ ਕਿਸਾਨਾਂ ਦੇ ਬੱਚੇ ਨੇ, ਉਹਨਾਂ ਨੂੰ ਅਸੀਂ ਕੋਈ ਨਾ ਕੋਈ ਸੇਧ ਦਿੰਦੇ ਰਹਿੰਦੇ ਆ, ਹੈ ਨਾ। ਪਰ ਸਾਡੀ ਗੱਲ ਜਿਹੜੀ ਆ ਪਤਾ ਨਹੀਂ ਉਹ ਸੁਣਦੇ ਆ ਨਹੀਂ ਸੁਣਦੇ। ਤੁਸੀਂ ਮਾਹਰ ਆ, ਹੈ ਨਾ। ਤੁਸੀਂ ਜਿਹੜੀ ਗੱਲ ਕਰਨੀ ਹੈ ਬੜੀ ਟਿਕਾਊ ਗੱਲ ਕਰਨੀ ਹੈ। ਤੁਸੀਂ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਕਿਸਾਨ ਨੇ, ਇਹ ਐਗਰੋ ਪ੍ਰੋਸੈਸਿੰਗ ਕੰਪਲੈਕਸ ਬਾਰੇ ਇਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ, ਇਹਦੇ ਵਾਸਤੇ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਕਿ ਆਪਣੀ ਤਾਂ ਮਤਲਬ ਕੌਮ ਨੂੰ ਕਿਰਤ ਦੀ ਜਿਹੜੀ ਹੈਗੀ ਆ, ਉਹ ਕਹਿ ਲਓ ਕਿ ਆਪਾਂ ਨੂੰ ਵਰਦਾਨ ਹੈ ਕਿਰਤ, ਬਿਲਕੁਲ ਆਪਾਂ ਨੂੰ ਦਾਤ ਮਿਲੀ ਹੋਈ ਹੈ ਕਿਰਤ ਦੀ। ਸੋ ਐਗਰੋ ਪ੍ਰੋਸੈਸਿੰਗ ਕੰਪਲੈਕਸ ਇੱਕ ਐਵੇਂ ਦਾ, ਇਹ ਵੀ ਵਰਦਾਨ ਹੀ ਕਹੂੰਗੀ ਮੈਂ, ਕਿ ਤੁਸੀਂ ਆਪਦੇ ਖਿੱਤੇ ਦੇ ਵਿੱਚ, ਆਪਦੇ ਪਿੰਡ ਦੇ ਵਿੱਚ ਕਿਵੇਂ ਰਹਿ ਸਕਦੇ ਹੋ ਤੇ ਕਿਵੇਂ ਬਹੁਤ ਸੋਹਣਾ ਕੰਮ ਕਰ ਸਕਦੇ ਹੋ, ਕਿ ਤੁਹਾਡੀ ਕਮਾਈ ਜਿਹੜੀ ਹੈਗੀ ਉਹ ਸ਼ਹਿਰੀਆਂ ਦੇ ਬਰਾਬਰ ਹੋਵੇ ਤੇ ਕੰਮ ਤੁਹਾਡਾ ਆਪਦਾ ਹੋਵੇ, ਕਿਉਂਕਿ ਆਪਦੇ ਕੰਮ ਵਰਗੀ ਕੋਈ ਰੀਸ ਨਹੀਂ ਹੁੰਦੀ। ਸੋ ਮੈਂ ਇਹੀ ਕਹੂੰਗੀ ਕਿ ਜਿੰਨਾ ਹੋ ਸਕਦਾ ਤੁਸੀਂ ਵੱਧ ਤੋਂ ਵੱਧ ਕੰਮ ਸਿੱਖ ਕੇ, ਨਵੀਆਂ ਟੈਕਨੀਕਸ ਸਿੱਖ ਕੇ, ਉਹਨੂੰ ਆਪਦੇ ਪਿੰਡ 'ਚ ਲਾ ਕੇ ਆਪਦੇ ਆਸੇ-ਪਾਸੇ ਦੇ ਇਲਾਕੇ ਨੂੰ ਸੁਧਾਰੋ। ਸੋ ਇਹ ਬਹੁਤ ਇੱਕ ਸੋਹਣੀ ਚੀਜ਼ ਹੈ ਐਗਰੋ ਪ੍ਰੋਸੈਸਿੰਗ ਕੰਪਲੈਕਸ ਜਿਹੜਾ ਹੈਗਾ। ਇਹਦੇ ਨਾਲ ਤੁਸੀਂ ਬਹੁਤ ਆਪਦੇ ਆਸ-ਪਾਸ ਦਾ ਜਿਹੜਾ ਆਲਾ ਦੁਆਲਾ ਆਪਣਾ ਉਹ ਸੁਧਾਰ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਛੋਟੀ ਜੀ ਰਹਿ ਗਈ। ਹਾਂਜੀ। ਉਹ ਇਹ ਆ ਵੀ ਜਿਵੇਂ ਗੁਲਾਟੀ ਸਾਹਿਬ ਨੇ ਗੱਲ ਕੀਤੀ ਸੀ ਵੀ ਚਲੋ ਅਸੀਂ ਬੰਦੇ ਵੀ ਪਰਿਵਾਰ ਇਕੱਠੇ ਹੋ ਜਾਂਦੇ, ਹਾਂਜੀ, ਸਾਡੇ ਆਲੇ ਦੁਆਲੇ ਜਿਹੜੇ ਬੇਰੁਜ਼ਗਾਰ ਨੇ ਅਸੀਂ ਉਹਨਾਂ ਨੂੰ ਰੋਜ਼ਗਾਰ ਵੀ ਦੇ ਦਿਆਂਗੇ, ਹਾਂਜੀ, ਹੈ ਨਾ। ਪਰ ਉਹ ਚੀਜ਼ ਖਰੀਦਣ ਵਾਸਤੇ ਹਾਂਜੀ ਸਾਨੂੰ ਮਾਇਆ ਦੀ ਲੋੜ ਹੁੰਦੀ ਹੈ। ਹਾਂਜੀ, ਉਹ ਕੋਈ ਸਾਨੂੰ ਇਮਦਾਦ ਮਿਲਦੀ ਹੈ ਕਿੱਧਰੋਂ? ਹਾਂਜੀ, ਮੈਂ ਗੱਲ ਕੀਤੀ ਸੀ ਵਿੱਚ ਸਬਸਿਡੀ ਤੁਹਾਨੂੰ ਮਿਲਦੀ ਆ। ਅੱਛਾ, ਹਾਂਜੀ, ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ KVIC ਤੋਂ ਵੀ ਮਿਲਦੀ ਆ। ਅੱਜ ਕੱਲ PMFME ਸਕੀਮ ਦੇ ਵਿੱਚ ਵੀ ਸਬਸਿਡੀ ਹੁੰਦੀ ਆ। ਬਾਕੀ ਬੈਂਕਸ ਤੋਂ ਵੀ ਤੁਹਾਨੂੰ ਲੋਨ ਮਿਲਦਾ। ਹਾਂ, ਲੋਨ ਮਿਲਦਾ। ਲੋਨ ਵੀ ਮਿਲਦਾ। ਕਿੰਨੀ ਕੁ ਸਬਸਿਡੀ ਆ ਜਿਹੜੀ ਸਾਨੂੰ ਇਹ ਮੈਨੂੰ ਲੱਗਦੀ 15 ਤੋਂ 35%, 15 ਤੋਂ 35% ਤੱਕ ਜਿਹੜੀ ਹੈਗੀ ਤੁਹਾਨੂੰ ਸਬਸਿਡੀ ਜਿਹੜੀ ਹੈ ਮਸ਼ੀਨਾਂ ਤੇ ਉਹ ਮਿਲ ਜਾਂਦੀ ਹੈ। ਉਹਦੇ ਵਾਸਤੇ ਸਾਨੂੰ ਕਰਨਾ ਕੀ ਪੈਂਦਾ?
ਉਹਦੇ ਵਾਸਤੇ ਵੀ ਤੁਹਾਨੂੰ ਪਤਾ ਲੱਗੂਗਾ ਟ੍ਰੇਨਿੰਗ ਦੇ ਵਿੱਚ ਜਾ ਕੇ ਕਿ ਕਿਹੜੇ ਫਾਰਮ ਭਰ ਕੇ ਤੁਸੀਂ ਕਿਵੇਂ ਸਬਸਿਡੀ ਲੈਂਦੇ ਹੋ। ਹਾਂ ਗੁਲਾਟੀ ਸਾਹਿਬ ਕੀ ਆਂਦੇ ਹੁੰਦੇ ਵੀ 100 ਗਜ ਰਸਾ ਸਿਰੇ ਤੇ ਗੰਢ, ਵੀ ਇਹ ਸਾਰਾ ਜੋ ਕੰਮ ਕਰਨਾ ਪਹਿਲੇ ਇਹਨਾਂ ਕੋਲ ਜਾਣਾ ਹੀ ਪੈਣਾ। ਦੇਖੋ ਮਨ ਬਣਾਓ ਪਹਿਲਾਂ, ਹਾਂ ਪਹਿਲਾਂ ਸੋਰਸ, ਕੋਰਸ ਤੇ ਫੋਰਸ। ਪਹਿਲਾਂ ਸੋਰਸ ਲੱਭੋ, ਫਿਰ ਕੋਰਸ ਕਰੋ ਤੇ ਪੂਰੀ ਵਾਹ ਲਾ ਦਿਓ ਫਿਰ ਬੇਟਾ, ਤੇ ਫਿਰ ਨਿਬੇੜਾ ਹੋਣਾ ਜੀ। ਗੱਲ ਹੈ ਕਿ ਕੰਮ ਕਰਾਂਗੇ ਤੇ ਹੋਣਾ, ਅਮਲੀ ਕੰਮ ਕਰਾਂਗੇ ਗੱਲ ਫਿਰ ਬਣਨੀ ਹੈ। ਮੈਡਮ ਨੇ ਗੱਲ ਕੀਤੀ ਕਿਰਤ ਦੀ, ਮੈਂ ਸਮਝਦਾ ਸਾਨੂੰ ਗੁੜਤੀ ਮਿਲੀ ਹੈ ਮਹਾਰਾਜ ਕੋਲੋਂ, ਤੇ ਇਸ ਪਾਸੇ ਤੁਰੀਏ ਤੇ ਆਪਣੇ ਦੇਖੋ ਜੋ ਜਾਗ ਲਾਉਣ ਦੀ ਲੋੜ, ਪਿੰਡਾਂ 'ਚ ਖੁਸ਼ਹਾਲੀ ਜੀ ਲਿਆਉਣੀ ਹੈ ਤੇ ਇਹ ਸ਼ੁਰੂਆਤ ਕਰਨੀ ਪਏਗੀ। ਬਿਲਕੁਲ ਗੱਲ ਸਹੀ ਹੈ ਜੀ ਤੁਹਾਡੀ ਗੁਲਾਟੀ ਸਾਹਿਬ ਤੇ ਡਾਕਟਰ ਸਾਹਿਬ। ਸੋ ਕਿਸਾਨ ਵੀਰੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਅੱਜ ਜਿਹੜੀਆਂ ਗੱਲਾਂ ਕੀਤੀਆਂ ਨਾ ਡਾਕਟਰ ਗੁਰਵੀਰ ਜੀ ਨੇ, ਇਹਨਾਂ ਵੱਲ ਧਿਆਨ ਦੇਣ ਦੀ ਸਾਨੂੰ ਬਹੁਤ ਲੋੜ ਆ। ਹੁਣ ਫਸਲ ਅਸੀਂ ਸਿਰਫ ਪਾਲ ਕੇ ਮੰਡੀ ਸਿੱਟਣੀ ਨਹੀਂ, ਅਸੀਂ ਉਹਨੂੰ ਪ੍ਰੋਸੈਸ ਕਰਕੇ ਵੇਚਣੀ ਹੈ ਤਾਂ ਕਿ ਸਾਡੇ ਆਮਦਨ 'ਚ ਵਾਧਾ ਹੋ ਸਕੇ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ। ਜੈ ਹਿੰਦ ਗੁਲਾਟੀ ਸਾਹਿਬ ਜੀ।